ਹੁਣ ਸੁਣੋ ਸਿਗਨੇਚਰਸ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। 10 ਸਾਲ ਲੱਗੇ ਤੁਹਾਨੂੰ ਆਪਣੇ ਪੇਰੈਂਟਸ ਨੂੰ ਇਹ ਕਨਵਿੰਸ ਕਰਨ ਦੇ ਲਈ ਕਿ ਮੈਂ ਗੀਤਕਾਰੀ ਕਰਨੀ ਹੈ। ਇੰਨਾ ਲੰਬਾ ਸਮਾਂ ਕੰਮ ਕਰਨ ਤੋਂ ਬਾਅਦ, ਇੰਨੇ ਬਿਹਤਰੀਨ ਗੀਤ ਲਿਖਣ ਤੋਂ ਬਾਅਦ, ਕਿ ਹਾਲੇ ਵੀ ਮਲੇਰਕੋਟਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੁਹਾਡੀ ਗੀਤਕਾਰੀ ਦੇ ਵਿੱਚ ਬਾਕੀ ਹੈ? ਆਈ ਹੈਵ ਵੈਰੀ ਹਾਈ ਰਿਗਾਰਡਸ ਅਬਾਊਟ ਪੰਜਾਬ ਯੂਨੀਵਰਸਿਟੀ, ਕਿਉਂਕਿ ਉਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿੱਥੇ ਇੱਕ ਰਾਈਟਰ ਸ਼ਾਇਦ ਬਣ ਰਿਹਾ ਸੀ, ਉਸ ਰਾਈਟਰ ਨੂੰ ਉੱਥੋਂ ਖਾਦ ਪਾਣੀ ਮਿਲਿਆ ਸੀ। ਮੈਂ ਜਿਵੇਂ ਅਕਸਰ ਇਹ ਗੱਲ ਕਰਦਾ ਕਿ ਮੈਂ ਇੱਕੋ ਹੀ ਕਲਾਸ ਦੇ ਵਿੱਚ ਪੜ੍ਹ ਰਿਹਾ, ਹਰ ਵਾਰ ਉਨੀ ਮਿਹਨਤ ਨਾਲ ਮੈਨੂੰ ਇੱਕੋ ਹੀ ਕਲਾਸ ਦੇ ਪੇਪਰ ਦੇਣੇ ਪੈਂਦੇ ਨੇ। ਉਹ ਮੈਂ ਫਸਟ ਵੀ ਆ ਜਾਂਦਾ ਉਸ ਕਲਾਸ ਦੇ ਵਿੱਚ, ਉਹ ਫਸਟ ਆਉਣ ਤੋਂ ਬਾਅਦ ਮੈਂ ਫਿਰ ਉਸੇ ਕਲਾਸ ਦੇ ਵਿੱਚ ਦਾਖਲ ਹੋ ਜਾਂਦਾ। ਤੁਹਾਨੂੰ ਕਦੇ ਕਿਸੇ ਨੇ ਸ਼ੁਰੂਆਤੀ ਸਮੇਂ ਦੇ ਵਿੱਚ ਇਹ ਸਵਾਲ ਕੀਤਾ ਸੀਗਾ ਕਿ ਤੁਸੀਂ ਪੰਜਾਬ ਤੋਂ ਹੋ, ਕਿ ਤੁਸੀਂ ਹਿੰਦੀ ਲਿਖ ਸਕਦੇ ਹੋ ਜਾਂ ਹਿੰਦੀ ਗਾਣੇ ਲਿਖ ਸਕਦੇ ਹੋ? ਲੋਕਾਂ ਨੂੰ ਐਂ ਲੱਗਦਾ ਮੇਰੇ ਨਾਂ ਦੀ ਵਜ੍ਹਾ ਕਰਕੇ, ਮੇਰੇ ਜਾਂ ਕਹਿ ਲੀजिए ਹਿੰਦੀ ਦੇ ਵਿੱਚ PhD ਕਰਨ ਦੀ ਵਜ੍ਹਾ ਕਰਕੇ ਕਿ ਮੈਂ ਪੰਜਾਬੀ ਨਹੀਂ ਹਾਂ, ਪਰ ਅਸਲ ਮੇਰੀਆਂ ਜੜ੍ਹਾਂ ਤੇ ਪੰਜਾਬੀ ਨੇ ਨਾ। 1.5 ਘੰਟੇ ਦੀ ਤੁਸੀਂ ਸਟੋਰੀ ਸਕਰੀਨ ਪਲੇ ਦੇਖਿਆ, ਅੱਧੇ ਘੰਟੇ ਦੇ ਗਾਣੇ ਸੁਣੇ, ਤੇ ਉਹ ਗਾਣੇ ਜੇ ਉਸ ਤਰ੍ਹਾਂ ਇੱਕ ਬੰਦੇ ਦੇ ਨਹੀਂ ਲਿਖੇ ਹੋਣਗੇ ਤਾਂ ਉਹ ਤੁਹਾਨੂੰ ਵਨਨੈਸ ਨਜ਼ਰ ਨਹੀਂ ਆਏਗੀ। ਤੁਸੀਂ ਬੰਬੇ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ, ਸੋ ਉਦੋਂ ਉੱਥੇ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਸੀ ਅਤੇ ਬੰਬੇ ਤੋਂ ਬਾਹਰ ਦੇ ਬੰਦੇ ਦੇ ਲਈ ਉੱਥੇ ਕਿੰਨੀ ਥਾਂ ਸੀ? ਇੱਕ ਫਿਲਮ ਹੁੰਦੀ ਹੈ, ਇੱਕ ਐਲਬਮ ਹੁੰਦੀ ਹੈ, ਤਾਂ ਮੈਂ ਚਾਹਨਾ ਕਿ ਕੋਈ ਦੂਸਰਾ ਗੀਤਕਾਰ ਨਾ ਆਵੇ, ਕੋਈ ਦੂਸਰਾ ਗੀਤਕਾਰ ਜਾਂ ਸੰਗੀਤਕਾਰ ਕਰ ਰਿਹਾ, ਤਾਂ ਮੈਂ ਇਹ ਵੀ ਕੋਸ਼ਿਸ਼ ਕਰਦਾ ਮੈਂ ਦਖਲ ਨਾ ਦੇਵਾਂ ਉਹਨਾਂ ਦੇ ਕੰਮ ਦੇ ਵਿੱਚ। ਗੀਤ ਦੇ ਆਖਰੀ ਅੰਤਰੇ ਦੇ ਵਿੱਚ ਗੀਤਕਾਰ ਦਾ ਨਾਮ ਜ਼ਰੂਰੀ ਸਮਝਿਆ ਜਾਂਦਾ ਜੀ, ਤੇ ਬਾਲੀਵੁੱਡ ਦੇ ਵਿੱਚ ਇਹ ਰੁਝਾਨ ਨਹੀਂ ਹੈ। ਸਭ ਨਾਲੋਂ ਪਹਿਲਾਂ ਸਿੰਗਰ ਦਾ ਨਾਮ ਲਿਆ ਜਾਂਦਾ, ਉਹਦਾ ਗੀਤ ਸੁਣਿਆ, ਜਦ ਕਿ ਉਹ ਗੀਤ ਉਸ ਸਿੰਗਰ ਦਾ ਬਾਅਦ 'ਚ ਹੁੰਦਾ, ਉਹ ਤੋਂ ਪਹਿਲਾਂ ਉਹ ਦੋ ਹੋਰ ਬੰਦਿਆਂ ਦਾ ਹੁੰਦਾ। ਉਹ ਦੋ ਬੰਦੇ ਕਿਹੜੇ ਨੇ? ਇੱਕ ਗੀਤਕਾਰ, ਇੱਕ ਸੰਗੀਤਕਾਰ। ਬਹੁਤ ਸਾਰੇ ਅੱਜ ਦੇ ਜੋ ਮਾਡਰਨ ਗੀਤਕਾਰ ਨੇਗੇ, ਉਹ ਕਹਿੰਦੇ ਨੇ ਕਿ ਗੀਤਕਾਰੀ ਸਿਰਫ ਇੱਕ ਖਿਆਲ ਹੁੰਦਾ, ਤਾਂ ਲਿਟਰੇਚਰ ਜ਼ਰੂਰੀ ਨਹੀਂ ਹੈ। ਹੁਣ ਤੁਸੀਂ 25 ਗਾਣੇ ਸੁਣੇ ਹੋਣਗੇ, ਮੈਂ ਤੇਰੇ ਤੇ ਮਰ ਗਿਆ, ਤੇ ਮੈਂ ਤੇਰੇ ਤੇ ਐਂ ਹੋ ਗਿਆ, ਔਰ ਉਹ ਹੋ ਗਿਆ, ਔਰ ਤੂੰ ਐ ਬੜੀ ਸੋਹਣੀ ਲੱਗਦੀ ਹੈ, ਤੇ ਮੇਰਾ ਤਾਂ ਲੁੱਟ ਗਿਆ ਦਿਲ। ਹੁਣ ਇਹ 'ਚ ਕੀ ਨਵੀਂ ਥੋਟ ਹੈ? ਇਹ ਕਿਵੇਂ ਨਵਾਂ ਗਾਣਾ ਹੋ ਸਕਦਾ? ਜਿਹੜੇ ਲੋਕ ਲਿਟਰੇਚਰ ਨੂੰ ਬੇਸ ਨਹੀਂ ਮੰਨਦੇ ਗੀਤਕਾਰੀ ਦਾ, ਉਹ ਮੈਨੂੰ ਲੱਗਦਾ ਹੈ ਲਿਮਟਿਡ ਲਫ਼ਜ਼ਾਂ ਦੇ ਨਾਲ, ਲਿਮਟਿਡ ਸੋਚ ਦੇ ਨਾਲ ਕੰਮ ਕਰ ਰਹੇ ਨੇ, ਤੇ ਲਿਮਟਿਡ ਚੀਜ਼ਾਂ ਬਹੁਤ ਲੰਬੀਆਂ ਚੱਲਦੀਆਂ ਨਹੀਂ ਹੁੰਦੀਆਂ। ਇੱਕ ਰਾਈਟਰ ਕੋਲ ਸ਼ਬਦਾਵਲੀ ਜਿੰਨੀ ਜ਼ਿਆਦਾ ਹੋਏਗੀ, ਉਨਾ ਹੀ ਵੱਡਾ ਰਾਈਟਰ ਹੋਏਗਾ। ਪੰਜਾਬੀ ਇੰਡਸਟਰੀ ਦੇ ਵਿੱਚ ਵੀ ਹਮੇਸ਼ਾ ਇਹ ਡਿਸਕਸ਼ਨ ਰਹਿੰਦੀ ਆ ਕਿ ਅਸੀਂ ਸਿਰਫ ਗੋਰੀਆਂ ਕੁੜੀਆਂ ਦੇ ਉੱਪਰ ਹੀ ਗੀਤ ਲਿਖਦੇ ਹਾਂ, ਕਿਉਂਕਿ ਸਾਨੂੰ ਲੱਗਦਾ ਹੈ ਕਿ ਗੋਰਾ ਰੰਗ ਹੀ ਸੁੰਦਰਤਾ ਦਾ ਪ੍ਰਤੀਕ ਹੁੰਦਾ ਹੈ। ਬਿਲਕੁਲ, ਔਰ ਇਹਦੇ ਪਿੱਛੇ ਮੈਨੂੰ ਐਂ ਵੀ ਲੱਗਦਾ ਜੀ, ਸ਼ਾਇਦ 100-200 ਸਾਲ ਗੁਲਾਮ ਰਹਿਣਾ ਵੀ ਵਜ੍ਹਾ ਹੈ ਸਾਡੀ। मेरा एक गाना हो तुमसे ही जब भी मैट, ना है ये पाना ना खोना ही है, तेरा ना होना जाने क्यों होना ही है। मतलब जे बंदा सामने है कि प्यार थोड़ा उन्नी दे रही है। जब भी मैट तो बाद तुसी ये महसूस किया कि बॉलीवुड की हर फिल्म नूं ये भी लगना जरूरी हो गया कि फिल्म दे विच एक पंजाबी फ्लेवर का गीत होना भी जरूरी है? ਬੀ ਸੋਸ਼ਲ ਦੇ ਬੇਹੱਦ ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ। ਸਿਗਨੇਚਰਸ ਦੇ ਅੱਜ ਦੇ ਐਪੀਸੋਡ ਵਿੱਚ ਸਾਡੇ ਨਾਲ ਹੋਣਗੇ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਇਰਸ਼ਾਦ ਕਾਮਿਲ। ਇਰਸ਼ਾਦ ਹੁਣੀ ਮਲੇਰਕੋਟਲਾ ਤੋਂ ਬਿਲੋਂਗ ਕਰਦੇ ਨੇ, ਇਸ ਕਰਕੇ ਸਾਨੂੰ ਜ਼ਿਆਦਾ ਆਪਣੇ ਲੱਗਦੇ ਨੇ, ਅਤੇ ਅੱਜ ਉਹ ਫਿਰ ਪੰਜਾਬ ਆਏ ਹੋਏ ਨੇ। ਮਲੇਰਕੋਟਲਾ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਇਹਨਾਂ ਦਾ ਗਹਿਰਾ ਸੰਬੰਧ ਹੈ। ਹਿੰਦੀ ਦੇ ਵਿੱਚ ਡਾਕਟਰੇਟ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੂਰੀ ਕੀਤੀ। ਬਾਲੀਵੁੱਡ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਚਮੇਲੀ, ਜਬ ਵੀ ਮੈਟ, ਜਬ ਹੈਰੀ ਮੈਟ ਸੇਜਲ, ਤਮਾਸ਼ਾ, ਹਾਈਵੇ, ਹੋਰ ਬਹੁਤ ਸਾਰੀਆਂ ਅਨੇਕਾਂ ਬਾਲੀਵੁੱਡ ਦੀਆਂ ਚਰਚਿਤ ਫਿਲਮਾਂ ਦੇ ਵਿੱਚ ਇਹਨਾਂ ਨੇ ਆਪਣੇ ਗੀਤ ਲਿਖੇ।
ਪ੍ਰੇਮ ਰਤਨ ਧਨ ਪਾਇਓ, ਆਸ਼ਕੀ 2 ਵਰਗੀਆਂ ਫਿਲਮਾਂ ਦੇ ਵਿੱਚ ਤੇ ਤਕਰੀਬਨ ਇਮਤਿਆਜ਼ ਅਲੀ ਹੋਰਾਂ ਦੀ ਹਰ ਇੱਕ ਫਿਲਮ ਦੇ ਵਿੱਚ ਇਹਨਾਂ ਦੇ ਗੀਤ ਰਹੇ ਅਤੇ ਇਹਨਾਂ ਦੇ ਲਿਖੇ ਹੋਏ ਰੌਕ ਸਟਾਰ ਦੇ ਗੀਤ ਅੱਜ ਤੱਕ ਚਰਚਾ ਦਾ ਵਿਸ਼ਾ ਨੇ। 14 ਗੀਤ ਇਹਨਾਂ ਨੇ ਉਸ ਫਿਲਮ ਦੇ ਵਿੱਚ ਲਿਖੇ ਤੇ ਜਿਨ੍ਹਾਂ ਦੇ ਵਿੱਚ ਕੁਨ ਫਾਇਆ ਕੁਨ ਸਭ ਤੋਂ ਜ਼ਿਆਦਾ ਜ਼ਿਕਰਯੋਗ ਹੈ। ਸੋ ਅੱਜ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ। ਕਿਤਾਬਾਂ ਵੀ ਲਿਖ ਚੁੱਕੇ ਨੇ। ਇਰਸ਼ਾਦ ਕਾਮਿਲ ਹੋਰਾਂ ਨੂੰ ਅਸੀਂ ਬੀ ਸੋਸ਼ਲ ਤੇ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਭ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਮੇਰਾ ਸਵਾਗਤ ਹੈ ਪੰਜਾਬ 'ਚ ਵੀ ਤੇ ਬੀ ਜੀ। ਸੋਸ਼ਲ ਤੇ ਵੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਤੁਹਾਡਾ। ਮੈਂ ਭਾਵੇਂ ਤੁਹਾਡੇ ਸਾਰੇ ਗੀਤ ਨਾ ਸੁਣੇ ਹੋਣ ਪਰ ਫਿਰ ਵੀ ਬਹੁਤ ਸਾਰੇ ਗੀਤ ਸੁਣੇ ਨੇ, ਪਰ ਅਨਫੋਰਚੂਨੇਟਲੀ ਮੈਂ ਕੋਈ ਕਿਤਾਬ ਤੁਹਾਡੀ ਨਹੀਂ ਪੜ੍ਹ ਸਕੀ। ਸੋ ਮੈਨੂੰ ਬੇਹੱਦ ਅਫਸੋਸ ਹੈ ਕਿ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਅਸੀਂ ਤੁਹਾਡੀਆਂ ਕਿਤਾਬਾਂ 'ਤੇ ਗੱਲਬਾਤ ਨਹੀਂ ਕਰ ਸਕਾਂਗੇ, ਪਰ ਆਪਾਂ ਤੁਹਾਡੀ ਗੀਤਕਾਰੀ ਦੀ ਸ਼ੁਰੂਆਤ, ਫਿਰ ਤੁਹਾਡੇ ਅਗਲੇ ਬਾਲੀਵੁੱਡ ਸਫ਼ਰ ਦੀ ਅਸੀਂ ਗੱਲਬਾਤ ਕਰਾਂਗੇ। ਸੋ 10 ਸਾਲ ਲੱਗੇ ਤੁਹਾਨੂੰ ਆਪਣੇ ਪੇਰੈਂਟਸ ਨੂੰ ਇਹ ਕਨਵਿੰਸ ਕਰਨ ਦੇ ਲਈ ਕਿ ਮੈਂ ਗੀਤਕਾਰੀ ਕਰਨੀ ਹੈ। ਜੀ ਬਿਲਕੁਲ ਇਸ ਤਰ੍ਹਾਂ ਹੁੰਦਾ ਹੈ ਕਿ ਪੇਰੈਂਟਸ ਜਿਹੜੇ ਹੁੰਦੇ ਨੇ ਉਹ ਇੱਕ ਤਰੀਕੇ ਨਾਲ ਬੱਚੇ ਨੂੰ ਦੇਖਣਾ ਚਾਹੁੰਦੇ ਨੇ ਅਤੇ ਉਹਨਾਂ ਦੇ ਵਿੱਚ ਦਿਮਾਗ ਦੇ ਵਿੱਚ ਬੜਾ ਸਿਕਿਉਰ ਤਰੀਕਾ ਹੁੰਦਾ ਹੈ ਕਿ ਇਸ ਸਿਕਿਉਰ ਤਰੀਕੇ ਦੇ ਨਾਲ ਉਹ ਅੱਗੇ ਵਧੇ। ਲੇਕਿਨ ਬੱਚਾ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਦੇਖਦਾ ਹੈ, ਆਪਣੇ ਤਰੀਕੇ ਨਾਲ ਸਮਝਦਾ ਅਤੇ ਸੋਚਦਾ ਹੈ। ਅਤੇ ਥੋੜ੍ਹਾ ਜਿਹਾ ਮੈਨੂੰ ਵੀ ਟਾਈਮ ਲੱਗ ਗਿਆ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਲੱਗੇ ਕਿ ਮੈਂ ਬੰਬੇ ਜਾਣਾ ਅਤੇ ਗੀਤ ਲਿਖਣੇ ਨੇ। ਪੱਤਰਕਾਰੀ ਤੁਸੀਂ ਇਸ ਕਰਕੇ ਛੱਡੀ ਕਿਉਂਕਿ ਤੁਹਾਨੂੰ ਲੱਗਦਾ ਸੀਗਾ ਕਿ ਮੈਂ ਇਸ ਕੰਮ ਲਈ ਨਹੀਂ ਬਣਿਆ, ਮੈਨੂੰ ਇਸ ਕੰਮ 'ਚ ਸਕੂਨ ਨਹੀਂ ਹੈ। ਅਤੇ ਹੁਣ ਜਦੋਂ ਤੁਸੀਂ ਗੀਤਕਾਰੀ ਕਰਦੇ ਹੋ, ਬਹੁਤ ਸਾਰੀਆਂ ਸਿਚੁਏਸ਼ਨਸ ਇੱਦਾਂ ਦੀਆਂ ਹੁੰਦੀਆਂ ਨੇ ਕਿ ਗੀਤਕਾਰੀ ਕਰਦਿਆਂ ਹੋਇਆਂ ਵੀ ਤੁਸੀਂ ਆਪਣੇ ਮਨ ਮੁਤਾਬਿਕ ਗੀਤਕਾਰੀ ਨਹੀਂ ਕਰ ਸਕਦੇ। ਖਾਸ ਤੌਰ 'ਤੇ ਜਦੋਂ ਤੁਸੀਂ ਫਿਲਮਾਂ ਦੇ ਲਈ ਗੀਤ ਲਿਖ ਰਹੇ ਹੁੰਦੇ ਹੋ। ਸੋ ਹੁਣ ਤੁਹਾਨੂੰ ਲੱਗਦਾ ਕਿ ਤੁਸੀਂ ਸਕੂਨ 'ਚ ਹੈਗੇ ਹੋ ਕਿਤੇ ਨਾ ਕਿਤੇ? ਮੈਂ ਬਹੁਤ ਸਕੂਨ ਦੇ ਵਿੱਚ ਹਾਂ। ਯਕੀਨ ਇਸ ਕਰਕੇ ਤੁਹਾਨੂੰ ਕਰ ਲੈਣਾ ਚਾਹੀਦਾ ਕਿਉਂਕਿ ਗੀਤ ਲਿਖਣਾ ਮੈਨੂੰ ਕੰਮ ਨਹੀਂ ਲੱਗਦਾ। ਮੈਨੂੰ ਐਂ ਲੱਗਦਾ ਕਿ ਮੇਰੀ ਇੱਕ ਹੌਬੀ ਸੀ ਗੀਤ ਲਿਖਣਾ, ਔਰ ਉਸ ਹੌਬੀ ਦੀ ਵਜ੍ਹਾ ਕਰਕੇ ਮੈਂ ਬੰਬੇ ਚਲਾ ਗਿਆ। ਉਹ ਹੌਬੀ ਮੇਰੀ ਲੋਕਾਂ ਨੂੰ ਪਸੰਦ ਆ ਗਈ ਅਤੇ ਲੋਕਾਂ ਨੂੰ ਪਸੰਦ ਆਈ ਮੇਰੀ ਹੌਬੀ ਅਤੇ ਉਹ ਮੇਰਾ ਪ੍ਰੋਫੈਸ਼ਨ ਬਣ ਗਈ। ਜਦ ਤੁਹਾਡੀ ਹੌਬੀ ਤੁਹਾਡਾ ਪ੍ਰੋਫੈਸ਼ਨ ਬਣ ਜਾਂਦੀ ਹੈ ਤਾਂ ਨਾ ਤਾਂ ਤੁਹਾਨੂੰ ਥਕਾਨ ਹੁੰਦੀ ਹੈ ਪਹਿਲੀ ਗੱਲ, ਅਤੇ ਨਾ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਕੋਈ ਹੋਰ ਕੰਮ ਕਰ ਰਿਹਾ। ਕੋਈ ਹੋਰ ਬੰਦਾ ਮੰਨ ਲੀਜੀਏ ਕੋਈ ਕ੍ਰਿਕਟ ਖੇਡਣਾ ਚਾਹ ਰਿਹਾ ਪਰ ਉਹ ਕੰਮ ਕਰ ਰਿਹਾ ਇੰਜੀਨੀਅਰਿੰਗ ਕਿਤੇ ਕਰ ਰਿਹਾ, ਕਿਤੇ ਮਕੈਨੀਕਲ ਇੰਜੀਨੀਅਰ, ਤਾਂ ਉਹਨੂੰ ਲੱਗੇਗਾ ਮੈਂ ਚਾਹ ਇਹ ਰਿਹਾ ਪਰ ਕਰ ਉਹ ਰਿਹਾ। ਮੈਂ ਜੋ ਚਾਹ ਰਿਹਾ ਮੈਂ ਉਹੀ ਕਰ ਰਿਹਾ। ਸੋ ਜਦੋਂ ਫਿਰ ਆਪਣੀ ਪਸੰਦ ਦਾ ਕਰਦੇ ਹੁੰਦੇ ਹੋ ਫਿਰ ਸਾਨੂੰ ਪ੍ਰੈਸ਼ਰ ਨਹੀਂ ਲੱਗਦਾ ਹੁੰਦਾ? ਨਹੀਂ, ਬਿਲਕੁਲ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ। ਬੜੇ ਅੱਛੇ ਤਰੀਕੇ ਨਾਲ ਕੰਮ ਹੋ ਰਿਹਾ ਅਤੇ ਪਹਿਲੀ ਗੱਲ ਇਹ ਕਿ ਮੈਂ ਜਿੰਨਾ ਕੁ ਕੰਮ ਨਾ ਕਰ ਸਕਾਂ, ਜਿੰਨਾ ਕੁ ਕੰਮ ਕਰ ਸਕਾਂ ਮੈਂ ਓਨਾ ਹੀ ਕੰਮ ਲੈਣਾ। ਮੈਂ ਜਿੰਨਾ ਕੰਮ ਕਰ ਸਕਾਂ ਓਨਾ ਹੀ ਕੰਮ ਲੈਣਾ। ਆਪਣੀ ਕਪੈਸਿਟੀ ਤੋਂ ਵੱਧ ਨਹੀਂ ਮੈਂ ਕੰਮ ਲੈਂਦਾ। ਮੇਰੀ ਸਾਲ ਦੇ ਵਿੱਚ 4-5 ਫਿਲਮਾਂ ਆਉਂਦੀਆਂ ਨੇ ਔਰ 4-5 ਹੀ ਆਉਂਦੀਆਂ ਨੇ ਜਿਹੜੀਆਂ ਮੈਂ ਬੜੇ ਸਕੂਨ ਨਾਲ, ਬੜੇ ਤਸੱਲੀ ਦੇ ਨਾਲ ਮੈਂ ਲਿਖਦਾ। ਮਲੇਰਕੋਟਲਾ ਅਤੇ ਪੰਜਾਬ ਯੂਨੀਵਰਸਿਟੀ ਤੁਹਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਆ, ਪਰ ਇੰਨੇ ਸਾਲ ਬੰਬੇ ਕੰਮ ਕਰਨ ਤੋਂ ਬਾਅਦ ਤਕਰੀਬਨ 2 ਦਹਾਕੇ ਤੁਹਾਨੂੰ ਹੋਣ ਵਾਲੇ ਨੇ ਉੱਥੇ ਗਿਆ ਨੂੰ, ਅਤੇ ਇੰਨਾ ਲੰਬਾ ਸਮਾਂ ਕੰਮ ਕਰਨ ਤੋਂ ਬਾਅਦ, ਇੰਨੇ ਬਿਹਤਰੀਨ ਗੀਤ ਲਿਖਣ ਤੋਂ ਬਾਅਦ, ਕੀ ਹਾਲੇ ਵੀ ਮਲੇਰਕੋਟਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੁਹਾਡੀ ਗੀਤਕਾਰੀ ਦੇ ਵਿੱਚ ਬਾਕੀ ਹੈ? ਜੀ ਬਿਲਕੁਲ ਹੈ। ਪੰਜਾਬ ਮੇਰੀ ਗੀਤਾਂ ਦੇ ਵਿੱਚ ਵੀ ਹੈ, ਮਲੇਰਕੋਟਲਾ ਮੇਰੇ ਗੀਤਾਂ ਦੇ ਵਿੱਚ ਹੈ। ਮੈਂ ਕਈ ਵਾਰ ਇਸ ਤਰ੍ਹਾਂ ਮਹਿਸੂਸ ਕਰਦਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ, ਮਲੇਰਕੋਟਲੇ ਦੇ ਵਿੱਚ ਪੈਦਾ ਹੋਇਆ, ਕਿਉਂਕਿ ਮਲੇਰਕੋਟਲੇ ਦੀ ਮਿੱਟੀ ਦੇ ਵਿੱਚ ਸਿਰਫ ਪੰਜਾਬੀ ਨਹੀਂ, ਉਰਦੂ ਦਾ ਵੀ ਹੀ ਬਿਲਕੁਲ ਇੱਕ ਦਖਲ ਹੈ। ਉਰਦੂ ਵੀ ਕਾਫੀ ਹੈ ਉਹਦੇ ਵਿੱਚ, ਜਿਹਦੇ ਕਰਕੇ ਮੇਰੇ ਕੋਲ ਉਰਦੂ ਆਇਆ, ਜਿਹਦੇ ਕਰਕੇ ਮੈਨੂੰ ਸ਼ਾਇਦ ਪੰਜਾਬੀ ਦੀ ਵੀ ਥੋੜ੍ਹੀ ਬਹੁਤ ਜਾਣਕਾਰੀ ਹੋਗੀ, ਉਰਦੂ ਦੀ ਵੀ ਬਹੁਤ ਜਾਣਕਾਰੀ ਹੋਗੀ ਥੋੜ੍ਹੀ ਬਹੁਤ, ਅਤੇ ਹਿੰਦੀ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਿੰਦੀ ਕਵਿਤਾ ਦੇ ਵਿੱਚ ਮੈਂ PhD ਕੀਤੀ ਹੈ। ਉਸ ਕਰਕੇ ਮੈਂ ਇੱਕ ਇਸ ਤਰ੍ਹਾਂ ਦਾ ਕੰਬੀਨੇਸ਼ਨ ਮੇਰੇ ਕੋਲ ਆ ਗਿਆ ਜਿਹੜਾ ਮੇਰੇ ਲਈ, ਮੇਰੇ ਕੰਮ ਵਾਸਤੇ ਬੜਾ ਫਾਇਦੇਮੰਦ ਹੁੰਦਾ। ਅਤੇ ਪੰਜਾਬ ਯੂਨੀਵਰਸਿਟੀ ਤਾਂ ਇੱਕ, ਕਿਉਂਕਿ ਜਵਾਨੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਬਿਤਾਈ ਹੁੰਦੀ ਹੈ, ਤਾਂ ਉਹ ਜਵਾਨੀ ਦਾ ਜਿਹੜਾ ਇੱਕ ਰਿਲੇਸ਼ਨਸ਼ਿਪ ਹੁੰਦਾ ਹੈ, ਇਹ ਉਸੇ ਤਰੀਕੇ ਦਾ ਰਿਲੇਸ਼ਨਸ਼ਿਪ ਮੇਰਾ ਪੰਜਾਬ ਯੂਨੀਵਰਸਿਟੀ ਦੇ ਨਾਲ ਹੈ। ਆਈ ਸਟਿਲ ਰਿਮੈਂਬਰ ਐਜ਼ ਅ ਐਲਮਾ ਮੈਟਰ ਆਫ and I have very high regards about ਪੰਜਾਬ ਯੂਨੀਵਰਸਿਟੀ, ਕਿਉਂਕਿ ਉਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿੱਥੇ ਇੱਕ ਰਾਈਟਰ ਸ਼ਾਇਦ ਬਣ ਰਿਹਾ ਸੀ, ਉਸ ਰਾਈਟਰ ਨੂੰ ਉੱਥੋਂ ਖਾਦ ਪਾਣੀ ਮਿਲਿਆ ਸੀ। ਬਿਲਕੁਲ।
ਬਹੁਤ ਸਾਰੇ ਸਾਡੇ ਪੰਜਾਬੀ ਆਰਟਿਸਟ ਨੇ ਜਿਹੜੇ ਕਿ ਸ਼ਾਇਦ ਜਾਣ-ਬੁੱਝ ਕੇ ਬੰਬੇ ਗਏ ਨਹੀਂ, ਕਿਉਂਕਿ ਉਹਨਾਂ ਦੀ ਚੋਇਸ ਪਹਿਲੀ ਪੰਜਾਬ ਸੀਗੀ। ਪਰ ਜੋ ਬੰਬੇ ਗਏ ਵੀ, ਬਾਲੀਵੁੱਡ ਗਏ ਵੀ, ਉਹਨਾਂ ਨੇ ਥੋੜ੍ਹਾ ਬਹੁਤ ਕੰਮ ਕੀਤਾ, ਅਤੇ ਜਦੋਂ ਵਾਪਸ ਦੁਬਾਰਾ ਨਹੀਂ ਗਏ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਨਹੀਂ ਜਾਂਦੇ, ਕਿਉਂਕਿ ਕਹਿੰਦੇ ਕਿ ਬਾਲੀਵੁੱਡ ਦਾ ਅਤੇ ਸਾਡੇ ਕੰਮ ਕਰਨ ਦਾ ਜੋ ਹਿਸਾਬ ਕਿਤਾਬ ਉਹ ਬਹੁਤ ਅਲੱਗ ਤਰੀਕੇ ਦਾ ਆ। ਸੋ ਜਦੋਂ ਤੁਸੀਂ ਬਾਲੀਵੁੱਡ ਗਏ ਸੀ, ਤੁਸੀਂ ਬੰਬੇ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ, ਸੋ ਉਦੋਂ ਉੱਥੇ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਸੀ, ਅਤੇ ਬੰਬੇ ਤੋਂ ਬਾਹਰ ਦੇ ਬੰਦੇ ਦੇ ਲਈ ਉੱਥੇ ਕਿੰਨੀ ਕੁ ਥਾਂ ਸੀ? ਬੰਬੇ ਇੱਕ ਇਸ ਤਰ੍ਹਾਂ ਦਾ ਸਮੁੰਦਰ ਹੈ ਜਿੱਥੇ ਆਪਣੀ ਜਗ੍ਹਾ ਬਣਾ ਲੈਣਾ ਜਾਂ ਆਪਣੀ ਕਸ਼ਤੀ ਉਸ ਸਮੁੰਦਰ ਦੇ ਵਿੱਚ ਠੇਲ ਲੈਣਾ ਆਸਾਨ ਨਹੀਂ ਹੈਗਾ। ਨਾ ਅੱਜ ਆਸਾਨ ਹੈ, ਨਾ ਅੱਜ ਤੋਂ 10 ਸਾਲ ਪਹਿਲਾਂ ਸੀ, ਨਾ 20 ਸਾਲ ਪਹਿਲਾਂ, ਨਾ ਅੱਜ ਤੋਂ 10-20 ਸਾਲ ਬਾਅਦ ਰਹੇਗਾ। ਬਿਲਕੁਲ ਉਹ ਮੁਸ਼ਕਿਲਾਂ ਉਸੇ ਤਰ੍ਹਾਂ ਬਰਕਰਾਰ ਰਹਿਣਗੀਆਂ। ਪਰ ਇਹ ਹੈ ਕਿ ਮੁਸ਼ਕਿਲ ਜਿੰਨਾ ਜ਼ਿਆਦਾ ਕੰਮ ਹੁੰਦਾ ਹੈ, ਉਸ ਕੰਮ ਨੂੰ ਜਿੰਨੇ ਤੁਸੀਂ ਪਰਫੈਕਸ਼ਨ ਦੇ ਨਾਲ ਕਰ ਦਿਓ ਤਾਂ ਉਹਦੀ ਵਾਹਵਾਹੀ ਵੀ ਤੁਹਾਨੂੰ ਓਡੀ ਜ਼ਿਆਦਾ ਮਿਲਦੀ ਹੈ, ਉਹਦੀ ਪਹੁੰਚ ਉਨੀ ਜ਼ਿਆਦਾ ਹੁੰਦੀ ਹੈ। ਮੁਸ਼ਕਿਲ ਜਿਹੜਾ ਬੰਬੇ ਕੰਮ ਕਰਨ ਦਾ ਤਰੀਕਾ ਹੈ ਉਹ ਇੱਕ ਅਲੱਗ ਤਰੀਕਾ ਕੰਮ ਕਰਨ ਦਾ, ਬਿਲਕੁਲ। ਜਿਹੜਾ ਪੰਜਾਬ ਦੇ ਵਿੱਚ ਕੰਮ ਕਰਨ ਦਾ ਤਰੀਕਾ ਹੈ ਉਹ ਬਿਲਕੁਲ ਅਲੱਗ ਤਰੀਕਾ ਹੈ। ਇਹ ਗੱਲ ਸਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪੰਜਾਬ ਵਾਲੇ ਬੰਬੇ ਕੰਮ ਨਹੀਂ ਕਰਦੇ ਜਾਂ ਬੰਬੇ ਵਾਲੇ ਪੰਜਾਬ ਨਹੀਂ ਕੰਮ ਕਰਦੇ। ਇਹ ਚੱਲਦਾ ਹੀ ਰਹਿੰਦੀ ਹੈ ਇਹ ਚੀਜ਼, ਇਹ ਚੱਲਦੀਆਂ ਰਹਿੰਦੀਆਂ ਨੇ ਚੀਜ਼ਾਂ। ਪਰ ਇੱਕ ਸਟਰਗਲ ਕਿਸ ਤਰ੍ਹਾਂ ਕਰਨੀ ਪਈ ਜਾਂ ਕਿਸ ਤਰ੍ਹਾਂ ਮੈਨੂੰ ਸੰਘਰਸ਼ ਕਰਨਾ ਪਿਆ, ਉਸੇ ਤਰ੍ਹਾਂ ਜਿਵੇਂ ਅੱਜ ਕੋਈ ਸੰਘਰਸ਼ ਕਰਦਾ ਹੋਏਗਾ ਬੰਬੇ ਦੇ ਵਿੱਚ, ਕਿਉਂਕਿ ਸੰਘਰਸ਼ ਨਹੀਂ ਬਦਲਿਆ। ਨਾ ਈਵਨ ਪੰਜਾਬ ਦੇ ਵਿੱਚ ਸੰਘਰਸ਼ ਬਦਲਿਆ, ਪੰਜਾਬ ਦੀ ਇੰਡਸਟਰੀ ਦੇ ਵਿੱਚ ਬਦਲਿਆ, ਨਾ ਬੰਬੇ ਦੀ ਇੰਡਸਟਰੀ ਦੇ ਵਿੱਚ ਬਦਲਿਆ। ਤੁਹਾਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਹੀ ਪੈਣਾ, ਤੁਹਾਨੂੰ ਲੋਕਾਂ ਨੂੰ ਮਿਲਣਾ ਹੀ ਪੈਣਾ, ਆਪਣੇ ਕੰਮ ਦੇ ਜ਼ਰੀਏ ਤੁਹਾਨੂੰ ਦੂਸਰਾ ਕੰਮ ਕਮਾਉਣਾ ਹੀ ਪੈਣਾ। ਤੇ ਹਰ ਵਾਰ ਕੰਮ ਕਰਦੇ ਹੋਏ ਤੁਹਾਨੂੰ ਐਂ ਲੱਗਦਾ ਹੈ, ਮੈਂ ਜਿਵੇਂ ਅਕਸਰ ਇਹ ਗੱਲ ਕਰਦਾ ਕਿ ਮੈਂ ਇੱਕੋ ਹੀ ਕਲਾਸ ਦੇ ਵਿੱਚ ਪੜ੍ਹ ਰਿਹਾ, ਹਰ ਵਾਰ ਉਨੀ ਮਿਹਨਤ ਨਾਲ ਮੈਨੂੰ ਇੱਕੋ ਹੀ ਕਲਾਸ ਦੇ ਪੇਪਰ ਦੇਣੇ ਪੈਂਦੇ ਨੇ। ਉਹ ਮੈਂ ਫਸਟ ਵੀ ਆ ਜਾਂਦਾ ਉਸ ਕਲਾਸ ਦੇ ਵਿੱਚ, ਉਹ ਫਸਟ ਆਉਣ ਤੋਂ ਬਾਅਦ ਮੈਂ ਫਿਰ ਉਸੇ ਕਲਾਸ ਦੇ ਵਿੱਚ ਦਾਖਲ ਹੋ ਜਾਂਦਾ। ਤਾਂ ਐਵਰੀ ਪਿਕਚਰ ਇਜ਼ ਅ ਨਿਊ ਪਿਕਚਰ ਫॉर ਯੂ। ਮਤਲਬ ਹਰ ਇੱਕ ਗਾਣਾ ਤੁਹਾਡੇ ਵਾਸਤੇ ਇੱਕ ਨਵਾਂ ਗਾਣਾ, ਬਿਲਕੁਲ। ਔਰ ਹਰ ਇੱਕ ਗਾਣਾ ਤੁਹਾਡੇ ਵਾਸਤੇ ਤੋਂ ਉਹੀ ਉਮੀਦ ਕਰਦਾ, ਸੁਣਨ ਵਾਲੇ ਤੋਂ ਉਹੀ ਉਮੀਦ ਕਰਦੇ ਨੇ, ਮਿਊਜ਼ਿਕ ਕੰਪਨੀ ਤੋਂ ਉਹੀ ਉਮੀਦ ਕਰਦੀਆਂ ਨੇ, ਈਵਨ ਫਿਲਮ ਡਾਇਰੈਕਟਰ ਤੋਂ ਉਮੀਦ ਕਰਦੇ ਨੇ ਉਸੇ ਤਰ੍ਹਾਂ ਦੀ। ਤਾਂ ਹਰ ਵਾਰ ਤੁਸੀਂ ਉਹੀ ਕੰਮ ਕਰਦੇ ਹੋ, ਔਰ ਤੁਸੀਂ ਉਸੇ ਜਗ੍ਹਾ 'ਤੇ ਉਸੇ ਮੁਕਾਮ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋ। ਭਾਵੇਂ ਤੁਸੀਂ ਦਿਲ ਦੀਆਂ ਗੱਲਾਂ ਲਿਖੋ ਤਾਂ ਵੀ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਤੱਕ ਪਹੁੰਚ ਜਾਓ, ਮੌਜਾਂ ਹੀ ਮੌਜਾਂ ਲਿਖੋ ਤਾਂ ਵੀ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਤੱਕ ਪਹੁੰਚ ਜਾਓ, ਜੋ ਵੀ, ਜਾਂ ਪਟਾਕਾ ਗੁੱਡੀ ਲਿਖੋ ਤਾਂ ਵੀ। ਤੇ ਤੁਸੀਂ ਹਰ ਵਾਰ ਉਹੀ ਕੋਸ਼ਿਸ਼ ਕਰਦੇ ਹੋ, ਹਰ ਵਾਰ ਆਪਣਾ ਇੱਕ ਐਗਜ਼ਾਮ ਦਿੰਦੇ ਹੋ। ਇਹ ਵੀ ਇੱਕ ਤਰ੍ਹਾਂ ਦਾ ਸੰਘਰਸ਼ ਹੈ ਜਿਹੜਾ ਲਗਾਤਾਰ ਚੱਲਦਾ ਰਹਿਣਾ। ਬਿਲਕੁਲ। ਇੱਕ ਪਰਸੈਪਸ਼ਨ ਵੀ ਬਣੀ ਹੁੰਦੀ ਆ, ਜਿਵੇਂ ਅਸੀਂ ਤਾਮਿਲਨਾਡੂ ਰਹਿੰਦੇ ਕਿਸੇ ਵੀ ਬੰਦੇ ਤੋਂ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਪੰਜਾਬੀ 'ਚ ਲਿਖ ਸਕਦਾ ਜਾਂ ਗਾ ਸਕਦਾ। ਬਹੁਤ ਹੀ ਕੋਈ ਐਕਸੈਪਸ਼ਨਲ ਕੇਸ ਹੋ ਸਕਦਾ ਆ ਜੀ। ਤੇ ਤੁਹਾਨੂੰ ਕਦੇ ਕਿਸੇ ਨੇ ਸ਼ੁਰੂਆਤੀ ਸਮੇਂ ਦੇ ਵਿੱਚ ਇਹ ਸਵਾਲ ਕੀਤਾ ਸੀਗਾ ਕਿ ਤੁਸੀਂ ਪੰਜਾਬ ਤੋਂ ਹੋ, ਕਿ ਤੁਸੀਂ ਹਿੰਦੀ ਲਿਖ ਸਕਦੇ ਹੋ ਜਾਂ ਹਿੰਦੀ ਗਾਣੇ ਲਿਖ ਸਕਦੇ ਹੋ? ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ। ਇਹ ਪਹਿਲੀ ਪਿਕਚਰ ਸੀ ਲਵ ਆਜਕਲ। ਲਵ ਆਜਕਲ ਫਸਟ ਵਾਲੀ ਸੀ, ਅਸੀਂ ਉਹਦੇ ਇੰਟਰਵਿਊ ਦੇ ਵਿੱਚ ਗਏ ਸੀ, ਰੇਡੀਓ ਇੰਟਰਵਿਊ ਹੁੰਦੇ ਸੀ ਉਸ ਟਾਈਮ 'ਤੇ ਹੁਣ ਵੀ ਹੁੰਦੇ ਨੇ। ਉਹ ਇੱਕ ਮੇਜਰ ਜ਼ਰੀਆ ਸੀ। ਅਤੇ ਮੈਂ ਤੇ ਪਿਕਚਰ ਦੇ ਡਾਇਰੈਕਟਰ ਇਮਤਿਆਜ਼ ਤੇ ਮਿਊਜ਼ਿਕ ਡਾਇਰੈਕਟਰ ਪ੍ਰੀਤਮ ਅਸੀਂ ਇੰਟਰਵਿਊ ਦੇ ਰਹੇ ਸੀ, ਅਤੇ ਉਹ ਲਾਈਵ ਪ੍ਰੋਗਰਾਮ ਸੀ। ਨਾਲ ਦੀ ਨਾਲ ਉਹ ਕੁਐਸਚਨ ਪੁੱਛ ਰਹੇ ਸੀ ਜਿਹੜੇ ਰੇਡੀਓ ਸੁਣਨ ਵਾਲੇ ਸੀ। ਅਤੇ ਕਿਸੇ ਨੇ ਇਹ ਕੁਐਸਚਨ ਪੁੱਛਿਆ मैं तो कि इरशाद जी, ये तो प्रीतम सिंह जी तो के बारे में तो हम जानते हैं और इम्तियाज़ के बारे में भी जानते हैं, आप फैज़ाबाद से बॉम्बे कब आए? तो फिर इम्तियाज़ ने किया कि एक्चुअली यही असल पंजाबी है। मैं जमशेदपुर से हूँ और प्रीतम बंगाल से है। तो प्रीतम बंगाली ने। तो वो ਲੋਕਾਂ ਨੂੰ ਐਂ ਲੱਗਦਾ ਮੇਰੇ ਨਾਂ ਦੀ ਵਜ੍ਹਾ ਕਰਕੇ, ਮੇਰੇ ਜਾਂ ਕਹਿ ਲੀਜੀਏ ਹਿੰਦੀ ਦੇ ਵਿੱਚ PhD ਕਰਨ ਦੀ ਵਜ੍ਹਾ ਕਰਕੇ ਕਿ ਮੈਂ ਪੰਜਾਬੀ ਨਹੀਂ ਹਾਂ, ਪਰ ਅਸਲ ਮੇਰੀਆਂ ਜੜ੍ਹਾਂ ਤੇ ਪੰਜਾਬੀ ਨੇ ਨਾ। ਬਿਲਕੁਲ। ਸੋ ਬਹੁਤੇ ਗੀਤ ਤੁਸੀਂ ਫਿਲਮਾਂ ਦੇ ਲਈ ਹੀ ਲਿਖਦੇ ਹੋ। ਇਸ ਥਿਊਰੀ ਨੂੰ ਆਪਾਂ ਸਮਝਣਾ ਚਾਹਾਂਗੇ ਕਿ ਜੋ ਮੈਂ ਪੰਜਾਬ ਦਾ ਹਵਾਲਾ ਦਿੰਦੀ ਹਾਂ ਕਿ ਪੰਜਾਬ ਦੇ ਵਿੱਚ ਦੋ ਤਰ੍ਹਾਂ ਦਾ ਮਿਊਜ਼ਿਕ ਬਣਦਾ। ਇੱਕ ਹੁੰਦਾ ਹੈ ਕਿ ਐਲਬਮ ਮਿਊਜ਼ਿਕ ਹੋ ਗਿਆ, ਇੱਕ ਹੁੰਦਾ ਫਿਲਮ ਦਾ ਮਿਊਜ਼ਿਕ। ਸੋ ਕਈ ਵਾਰੀ ਜਦੋਂ ਅਸੀਂ ਬਤੌਰ ਦਰਸ਼ਕ ਸਿਨੇਮੇ ਦੇ ਵਿੱਚ ਫਿਲਮ ਦੇਖਣ ਜਾਂਦੇ ਹਾਂ ਤਾਂ ਸਾਨੂੰ ਕਈ ਵਾਰ ਲੱਗਦਾ ਨਹੀਂ ਹੁੰਦਾ ਕਿ ਇਹ ਮਿਊਜ਼ਿਕ ਕੋਈ ਬੈਕਗਰਾਊਂਡ ਮਿਊਜ਼ਿਕ ਹੈ ਜਾਂ ਪਿੱਠਵਰਤੀ
ਸੰਗੀਤ ਹੋ ਸਕਦਾ ਕਿਸੇ ਫਿਲਮ ਦਾ, ਸਾਨੂੰ ਲੱਗਦਾ ਕਿ ਇਹ ਕਿਸੇ ਆਰਟਿਸਟ ਦਾ ਜਿਵੇਂ ਕੋਈ ਸਿੰਗਲ ਟਰੈਕ ਹੀ ਸੀਗਾ ਤੇ ਉਹੀ ਉਵੇਂ ਫਿਲਮ ਦੇ ਵਿੱਚ ਆ ਗਿਆ ਨਾ। ਸ਼ਾਇਦ ਅਸੀਂ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ, ਜਾਂ ਹਲੇ ਤੱਕ ਉਹ ਲਾਈਨ ਡਰਾ ਹੋਈ ਨਹੀਂ ਕਿ ਫਿਲਮ ਦਾ ਮਿਊਜ਼ਿਕ ਅਲੱਗ ਹੋਣਾ ਚਾਹੀਦਾ। ਅਗਰ ਕੋਈ ਆਰਟਿਸਟ ਆਪਣਾ ਸਿੰਗਲ ਜਾਂ ਕੋਈ ਐਲਬਮ ਦਾ ਮਿਊਜ਼ਿਕ ਕਰ ਰਿਹਾ, ਉਹ ਬਿਲਕੁਲ ਅਲੱਗ ਹੋਣਾ ਚਾਹੀਦਾ। ਸੋ ਇਹ ਥਿਊਰੀ ਤੁਸੀਂ ਸਾਨੂੰ ਥੋੜ੍ਹਾ ਜਿਹਾ ਸਮਝਾ ਸਕੋਗੇ ਕਿ ਫਿਲਮ ਦਾ ਮਿਊਜ਼ਿਕ ਬਾਕੀ ਮਿਊਜ਼ਿਕ ਫਾਰਮਸ ਤੋਂ ਕਿੱਦਾਂ ਅਲੱਗ ਹੁੰਦਾ, ਜਾਂ ਫਿਲਮਾਂ ਦੇ ਗੀਤ ਜੇ ਤੁਸੀਂ ਲਿਖਣੇ ਹੁੰਦੇ ਨੇਗੇ ਤਾਂ ਉਹ ਕਿਵੇਂ ਅਲੱਗ ਹੁੰਦੇ ਨੇ? ਫਿਲਮਾਂ ਦੇ ਗੀਤ ਐਕਚੁਅਲੀ ਕਿਸੇ ਇੱਕ ਫਿਲਮ ਦਾ ਇੱਕ ਕਲਰ ਹੁੰਦਾ। ਜਿਵੇਂ ਉਹ ਕਲਰ ਤੋਂ ਮਤਲਬ ਮੇਰੇ ਭਾਵ ਇਹ ਰੰਗ ਤੇ ਨਹੀਂ, ਇੱਕ ਫੀਲ ਦਾ ਕਲਰ, ਇਮੋਸ਼ਨ ਹੁੰਦਾ ਹੈ ਇੱਕ ਪਿਕਚਰ ਦਾ। ਫਿਲਮ ਦੀ ਚਲਤ ਅਲੱਗ ਹੁੰਦੀ ਹੈ, ਮਤਲਬ ਉਹਦਾ ਪੇਸ ਫਿਲਮ ਦਾ ਅਲੱਗ ਹੁੰਦਾ ਹੈ, ਕਰੈਕਟਰਸ ਅਲੱਗ ਹੁੰਦੇ ਨੇ। ਹੁਣ ਜਿਹੜਾ ਕਰੈਕਟਰ ਮੰਨ ਲਓ ਤੁਸੀਂ ਇੱਕ ਕਰੈਕਟਰ ਹੈ ਰੌਕ ਸਟਾਰ ਫਿਲਮ ਦੇ ਵਿੱਚ ਜਾਰਡਨ, ਰਾਈਟ? ਜੋ ਜਾਰਡਨ ਕਰੈਕਟਰ ਹੈ ਉਹ ਵੇਦ ਨਹੀਂ ਹੋ ਸਕਦਾ, ਤਮਾਸ਼ਾ ਫਿਲਮ ਵਾਲਾ, ਰਾਈਟ? ਜਾਂ ਉਹ ਕੁੰਦਨ ਨਹੀਂ ਹੋ ਸਕਦਾ ਰਾਂਝਣਾ ਫਿਲਮ ਵਾਲਾ। ਉਹ ਇਹ ਤਿੰਨੋਂ ਅਲੱਗ-ਅਲੱਗ ਕਿਰਦਾਰ ਨੇ। ਜਦ ਤੁਸੀਂ ਕਿਰਦਾਰ ਦੇ ਨਾਲ ਮੋਢਾ ਜੋੜ ਕੇ ਲਿਖਦੇ ਹੋ ਕਿਸੇ ਪਰਟੀਕੂਲਰ ਕਹਾਣੀ ਦੇ ਤਹਿਤ, ਤਾਂ ਉਹ ਹੁੰਦਾ ਫਿਲਮ ਦਾ ਮਿਊਜ਼ਿਕ। ਓਕੇ, ਔਰ ਫਿਲਮ ਦਾ ਮਿਊਜ਼ਿਕ ਤੁਹਾਨੂੰ ਕਹਾਣੀ ਦੀ ਗਰੋਥ ਵੀ ਦੱਸਦਾ। ਬਿਲਕੁਲ, ਤੁਹਾਨੂੰ ਇਹ ਵੀ ਦੱਸਦਾ ਵੀ ਓਕੇ ਇਹ ਪਹਿਲਾ ਗਾਣਾ ਹੋਏਗਾ, ਅੱਛਾ ਇਹ ਕੋਈ ਸ਼ਾਇਦ ਵਿਆਹ 'ਤੇ ਚੱਲਣ ਵਾਲਾ ਗਾਣਾ ਹੋਏਗਾ, ਕੁਝ ਵਿਆਹ ਹੋ ਰਿਹਾ ਹੋਏਗਾ ਕਰੈਕਟਰਸ ਦਾ, ਜਾਂ ਇਹ ਵਿਛੜ ਗਏ ਹੋਣਗੇ ਪ੍ਰੇਮੀ ਤਾਂ ਸ਼ਾਇਦ ਇਸ ਤਰ੍ਹਾਂ। ਉਹ ਤੁਹਾਨੂੰ ਇੱਕ ਸਿਚੁਏਸ਼ਨ ਵੀ ਦੱਸਦਾ ਚੱਲਦਾ। ਐਲਬਮ ਦਾ ਗਾਣੇ ਜਿਹੜੇ ਹੁੰਦੇ ਨੇ, ਐਲਬਮ ਦਾ ਵੀ ਇੱਕ ਕਲਰ ਹੁੰਦਾ। ਇਹ ਬਹੁਤ ਅਹਿਮ ਗੱਲ ਹੈ। ਅਸੀਂ ਕਿਉਂ ਕਹਿੰਦੇ ਹਾਂ ਇਹ ਇੱਕ ਐਲਬਮ ਦੇ ਗੀਤ ਨੇ? ਕੋਈ ਇੱਕ ਕਲਰ ਹੁੰਦਾ ਐਲਬਮ ਦਾ ਵੀ। ਇਸ ਤਰ੍ਹਾਂ ਨਹੀਂ ਹੁੰਦਾ ਕਿ ਇੱਧਰੋਂ ਗਾਣਾ ਚੱਕ ਲਿਆ ਤੇ ਉਹ ਵੀ ਪਾ ਲਿਆ, ਉੱਧਰੋਂ ਚੱਕ ਲਿਆ ਤੇ ਉਹ ਵੀ ਪਾ ਲਿਆ, ਜਾਂ ਫਿਲਮ ਦੇ ਵਿੱਚ ਇੱਧਰੋਂ ਵੀ ਚੱਕ ਲਿਆ ਤੇ ਉੱਧਰੋਂ। ਤੁਸੀਂ ਕਿਸੇ ਫਿਲਮ ਦੇ ਵਿੱਚ ਅਲੱਗ-ਅਲੱਗ ਫਿਲਮਾਂ ਦੇ ਗਾਣੇ ਫਿੱਟ ਕਰਕੇ ਦੇਖੋ, ਤੁਹਾਨੂੰ ਲੱਗੇਗਾ ਹੀ ਨਹੀਂ ਇਹ ਇੱਕ ਫਿਲਮ ਦੇ ਗਾਣੇ ਨੇ, ਕਿਉਂਕਿ ਉਹਨਾਂ ਦਾ ਕਲਰ ਪੈਲੇਟ ਹੀ ਨਹੀਂ ਇੱਕ ਹੈਗਾ। ਉਹ ਅਹਿਸਾਸ, ਉਹ ਫੀਲ, ਉਹ ਲਫ਼ਜ਼, ਉਹ ਕੰਪੋਜੀਸ਼ਨਾਂ ਦਾ ਜਿਹੜਾ ਚਲਨ ਹੈ ਉਹੀ ਇੱਕ ਨਹੀਂ ਹੈਗਾ। ਬਿਲਕੁਲ, ਉਹ ਹਰ ਇੱਕ ਫਿਲਮ ਦਾ ਪੇਸ ਅਲੱਗ ਹੈ, ਤਾਂ ਪੇਸ ਅਲੱਗ ਹੋਣ ਕਰਕੇ ਗਾਣਿਆਂ ਦਾ ਵੀ ਪੇਸ ਅਲੱਗ ਹੈ। ਐਲਬਮ ਦਾ ਕਲਰ ਇੱਕ ਅਲੱਗ ਕਲਰ ਹੈ। ਮੇਰੀ ਇੱਕ ਐਲਬਮ ਆਈ ਸੀ ਹਿੰਦੀ ਦੇ ਵਿੱਚ, ਉਸਤਾਦ ਐਂਡ ਦੀਵਾਜ਼। ਉਹ ਅਸੀਂ ਜਦ ਕਰ ਰਹੇ ਸੀ, ਮੈਨੂੰ ਕਿਵੇਂ ਗੱਲ ਪਤਾ ਲੱਗੀ ਹੈ, ਉਹ ਤੋਂ ਪਹਿਲਾਂ ਇੱਕ ਮੇਰੀ ਪੰਜਾਬੀ ਦੀ ਐਲਬਮ ਆਈ ਸੀ ਜਸਪਿੰਦਰ ਨਰੂਲਾ ਹੋਣਾ ਨਾਲ, ਅਮਰ ਹਲਦੀਪੁਰ ਜੀ ਦਾ ਮਿਊਜ਼ਿਕ ਸੀ, ਰੱਬਾ। ਰੱਬਾ ਕਰ ਰਹੇ ਸੀ ਤਾਂ ਸਾਨੂੰ ਲੱਗਿਆ ਵੀ ਓਕੇ ਇਹਨੂੰ ਐਲਬਮ ਕਿਉਂ ਕਹਿ ਰਹੇ ਹਾਂ ਅਸੀਂ? ਓਕੇ, ਇਸ ਕਰਕੇ ਐਲਬਮ ਕਹਿ ਰਹੇ ਹਾਂ ਕਿਉਂਕਿ ਅਸੀਂ ਇਹ 'ਚ ਇੱਕ ਰੰਗ ਦੇ ਗਾਣੇ ਪਰੋ ਰਹੇ ਹਾਂ। ਇਹ 'ਚ ਹਲਕਾ ਜਿਹਾ ਅਸੀਂ ਇਸ਼ਕ ਦੀ ਗੱਲ ਕਰਾਂਗੇ, ਪਰ ਕਿਤੇ ਕਿਤੇ ਝਲਕ ਦਿਖਾਵਾਂਗੇ ਕਿ ਅਸੀਂ ਇਸ਼ਕ ਮਜਾਜ਼ੀ ਦੀ ਹੀ ਗੱਲ ਨਹੀਂ ਕਰ ਰਹੇ, ਦੁਨਿਆਵੀ ਇਸ਼ਕ ਦੀ ਹੀ ਗੱਲ ਨਹੀਂ ਕਰ ਰਹੇ, ਥੋੜਾ ਜਿਹਾ ਇਸ਼ਕ ਹਕੀਕੀ ਦੀ ਵੀ ਗੱਲ ਕਰ ਰਹੇ ਹਾਂ, ਥੋੜਾ ਰੱਬੀ ਗੱਲ ਵੀ ਕਰ ਰਹੇ ਹਾਂ। ਇੱਕ ਹਲਕਾ ਜਿਹਾ ਟੱਚ ਕਿਤੇ ਕਿਤੇ ਦੇ ਕੇ ਜਾਵਾਂਗੇ। ਹੁਣ ਇਸ ਇੱਕ ਥਾਟ ਨੇ ਇੱਕ ਐਂਕਰ ਪੈਦਾ ਕਰਤਾ, ਮਤਲਬ ਜਿਹਨੂੰ ਪੰਜਾਬੀ 'ਚ ਕਹੀਏ ਕਿ ਇੱਕ ਕੀਲਾ ਲੱਗ ਗਿਆ, ਉਸ ਕੀਲੇ ਨਾਲ ਸਾਰੇ ਰੱਸੇ ਬਣ ਗਏ। ਬਿਲਕੁਲ, ਤਾਂ ਸਾਨੂੰ ਲੱਗਿਆ ਕਿ ਇਹ ਇੱਕ ਐਲਬਮ ਹੈ। ਇਸੇ ਤਰ੍ਹਾਂ ਉਸਤਾਦ ਐਂਡ ਦੀਵਾਜ਼ ਜਦ ਅਸੀਂ ਕਰ ਰਹੇ ਸੀ, ਉਸਤਾਦ ਸੁਲਤਾਨ ਖਾਨ ਸਾਹਿਬ ਸੀ ਉਸ ਐਲਬਮ ਦੇ ਵਿੱਚ, ਸ਼੍ਰੇਆ ਘੋਸ਼ਾਲ ਸੀ, ਸੁਨਿਧੀ ਚੌਹਾਨ ਸੀ, ਤੇ ਚਿਤਰਾ ਜੀ ਨੇ ਗਾਇਆ, ਸੰਦੇਸ਼ ਚਾਂਡਿਲਿਆ ਸਾਹਿਬ ਦਾ ਮਿਊਜ਼ਿਕ ਸੀ। ਤੇ ਉਹ ਐਲਬਮ ਕਰਨ ਲੱਗੇ ਤਾਂ ਅਸੀਂ ਸੋਚਿਆ ਵੀ ਇਹ ਐਲਬਮ ਕਿਉਂ ਇੱਕ ਐਲਬਮ ਹੈ। ਓਕੇ, ਇਹ ਇਸ ਕਰਕੇ ਇੱਕ ਐਲਬਮ ਹੈ, ਇਹ ਨਾ ਬਿਰਹਾ ਦੀ ਥੋੜੀ ਜਿਹੀ ਗੱਲ ਕਰਦੀ ਹੈ, ਔਰ ਬਿਰਹਾ ਦੀ ਗੱਲ ਦੇ ਵਿੱਚ ਵੀ ਇਹ ਰਾਤ ਦੀ ਗੱਲ ਕਰਦੀ ਹੈ। ਓਕੇ, ਇਹ ਬਿਰਹਾ ਦੀ ਗੱਲ ਕਰਦੀ ਹੈ ਤੇ ਬਿਰਹਾ ਦੇ ਵਿੱਚ ਵੀ ਰਾਤ ਦੀ ਗੱਲ ਕਰਦੀ ਹੈ। ਇੱਕ ਤੁਹਾਨੂੰ ਸਪੌਟ ਮਿਲ ਗਿਆ, ਬਿਲਕੁਲ ਐਂਕਰ ਮਿਲ ਗਿਆ। ਹੁਣ ਤੁਹਾਡੇ ਸਾਰੇ ਗਾਣੇ ਇਹਦੇ ਇਰਦ ਗਿਰਦ ਬਣਨਗੇ। ਬਿਲਕੁਲ, ਯੂ ਨੋ, ਸੋ ਥੀਸ ਆਰ ਦਾ, ਇਹ ਬੇਸਿਕ ਗੱਲਾਂ ਹੁੰਦੀਆਂ ਨੇ ਜਿਹੜੀਆਂ ਇੱਕ ਐਲਬਮ ਦੇ ਗਾਣਿਆਂ ਨੂੰ ਐਲਬਮ ਦੇ ਗਾਣੇ ਬਣਾਉਂਦੀਆਂ ਨੇ, ਇੱਕ ਫਿਲਮ ਦੇ ਗਾਣਿਆਂ ਨੂੰ ਫਿਲਮ ਦੇ ਗਾਣੇ ਬਣਾਉਂਦੀਆਂ ਨੇ। ਜਦ ਅਸੀਂ ਇਹ ਚੀਜ਼ਾਂ ਨਹੀਂ ਸੋਚਦੇ ਤਾਂ ਸਾਨੂੰ ਐਲਬਮ ਵੀ ਖਿਚੜੀ ਲੱਗਦੀ ਹੈ ਤੇ ਫਿਲਮ ਦੇ ਗਾਣੇ ਵੀ ਖਿਚੜੀ ਲੱਗਦੇ ਨੇ।
ਸੋ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਕਿ ਜਦੋਂ ਕੋਈ ਗੀਤਕਾਰ ਕਿਸੇ ਫਿਲਮ ਲਈ ਗੀਤ ਲਿਖ ਰਿਹਾ, ਖਾਸ ਤੌਰ ਤੇ ਜਦੋਂ ਤੁਸੀਂ ਕਿਸੇ ਫਿਲਮ ਦੇ ਲਈ ਗੀਤ ਲਿਖ ਰਹੇ ਹੁੰਦੇ ਹੋ, ਕਿ ਉਸ ਫਿਲਮ ਦੇ तमाम ਗੀਤ ਹੀ ਤੁਸੀਂ ਲਿਖੋ? ਜੀ ਮੈਂ ਬਿਲਕੁਲ ਇਹ ਕੋਸ਼ਿਸ਼ ਵੀ ਕਰਦਾ ਤੇ ਮੇਰੀ ਇਹ ਖਾਹਿਸ਼ ਰਹਿੰਦੀ ਹੈ। ਉਹਦੀ ਵਜ੍ਹਾ ਇਹ ਰਹਿੰਦੀ ਹੈ ਕਿ ਜਦ ਇੱਕ ਗੀਤਕਾਰ ਗੀਤ ਲਿਖਦਾ ਹੈ, ਹਰ ਇੱਕ ਗੀਤਕਾਰ ਦੀ ਆਪਣੀ ਵੋਕੈਬਲਰੀ ਹੁੰਦੀ ਹੈ, ਹਰ ਇੱਕ ਗੀਤਕਾਰ ਦੀ ਆਪਣੀ ਥਾਟ ਪ੍ਰੋਸੈਸ ਹੁੰਦੀ ਹੈ, ਸੋਚਣ ਦਾ ਤਰੀਕਾ ਹੁੰਦਾ ਹੈ। ਅਗਰ ਉਹ ਫਿਲਮ ਦਾ ਹਿੱਸਾ ਬਣ ਰਿਹਾ ਹੈ ਤਾਂ ਉਹਨੂੰ ਪੂਰੀ ਤਰ੍ਹਾਂ ਬਣਨਾ ਚਾਹੀਦਾ ਹੈ, ਪਹਿਲੀ ਗੱਲ, ਤਾਂ ਕਿ ਉਹ ਥਾਟ ਪ੍ਰੋਸੈਸ ਇੱਕ ਰਹੇ, ਵੋਕੈਬਲਰੀ ਇੱਕ ਰਹੇ ਸਾਰੇ ਗਾਣਿਆਂ ਦੀ। ਦੂਸਰੀ ਗੱਲ, ਗਾਣੇ ਵੀ ਸਕ੍ਰਿਪਟ ਦਾ ਹੀ ਹਿੱਸਾ ਹੁੰਦੇ ਨੇ। ਅਸੀਂ ਜਦ ਕੋਈ ਫਿਲਮ ਦੇਖਦੇ ਹਾਂ 2 ਘੰਟੇ ਦੀ, ਤਾਂ ਜੇ ਮੰਨ ਲਓ ਪਿਕਚਰ ਦੇ ਵਿੱਚ 5-6 ਗਾਣੇ ਨੇ ਤਾਂ ਘੱਟੋ ਘੱਟ 25-30 ਮਿੰਟ ਦੇ ਗਾਣੇ ਹੀ ਹੁੰਦੇ ਨੇ ਉਸ ਫਿਲਮ ਦੇ ਵਿੱਚ। ਬਿਲਕੁਲ। 1.5 ਘੰਟੇ ਦੀ ਤੁਸੀਂ ਸਟੋਰੀ ਸਕਰੀਨ ਪਲੇ ਦੇਖਿਆ, ਅੱਧੇ ਘੰਟੇ ਦੇ ਗਾਣੇ ਸੁਣੇ, ਤੇ ਉਹ ਗਾਣੇ ਜੇ ਉਸ ਤਰ੍ਹਾਂ ਇੱਕ ਬੰਦੇ ਦੇ ਨਹੀਂ ਲਿਖੇ ਹੋਣਗੇ ਤਾਂ ਉਹ ਤੁਹਾਨੂੰ ਵਨਨੈਸ ਨਜ਼ਰ ਨਹੀਂ ਆਏਗੀ। ਇੱਕ ਗੱਲ। ਦੂਸਰੀ ਗੱਲ, ਜੇ ਇੱਕ ਫਿਲਮ ਦੇ ਵਿੱਚ ਕਈ ਗੀਤਕਾਰ ਹੋਣ ਜਾਂ ਕਈ ਸੰਗੀਤਕਾਰ ਹੋਣ, ਉਹਦੇ ਨਾਲ ਹੁੰਦਾ ਕੀ ਹੈ, ਆਪਣਾ ਚੈੱਕ ਲੈ ਕੇ ਕੰਮ ਕਰਕੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਜ਼ਿੰਮੇਵਾਰੀ ਨਹੀਂ ਲੈਂਦਾ ਕੋਈ, ਨਾ ਗੀਤਕਾਰ ਤੇ ਸੰਗੀਤਕਾਰ। ਬਿਲਕੁਲ ਸਹੀ। ਹੁਣ ਮੈਂ ਇੱਕ ਫਿਲਮ ਲਿਖ ਰਿਹਾ ਬਤੌਰ ਗੀਤਕਾਰ, ਤਾਂ ਮੈਂ ਸਿਰਫ ਚੈੱਕ ਲੈ ਕੇ ਭੱਜਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਮੈਂ ਉਸ ਫਿਲਮ ਦੀ ਜ਼ਿੰਮੇਵਾਰੀ ਲੈ ਰਿਹਾ ਕਿ ਮੈਂ ਇਹ ਕੰਮ ਕੀਤਾ ਤੇ ਇਹਦੀ ਅੱਛੀਆਂ ਚੀਜ਼ਾਂ ਵੀ ਮੇਰੀਆਂ ਨੇ, ਇਹਦੀਆਂ ਬੁਰੀਆਂ ਚੀਜ਼ਾਂ ਵੀ ਮੇਰੀਆਂ ਨੇ। ਬਿਲਕੁਲ। ਮੈਂ ਕਿਸੇ ਦੂਸਰੇ ਨੂੰ ਨਹੀਂ ਕਹਿ ਸਕਦਾ ਮੇਰਾ ਗਾਣਾ ਤਾਂ ਵਧੀਆ ਸੀ ਯਾਰ, ਉਹਦਾ ਗਾਣਾ ਖਰਾਬ ਸੀ, ਮੈਂ ਤਾਂ ਚੰਗਾ ਮਿਊਜ਼ਿਕ ਦਿੱਤਾ ਸੀ ਯਾਰ, ਉਹਨੇ ਖਰਾਬ ਦਿੱਤਾ ਸੀ ਮਿਊਜ਼ਿਕ, ਯੂ نو। ਸੋ ਯੂ ਸ਼ੁੱਡ ਓਨ ਯੋਰ ਮਿਸਟੇਕਸ, ਯੂ ਸ਼ੁੱਡ ਓਨ ਯੋਰ ਗੁੱਡਨੈਸ ਔਰ ਵਟ ਐਵਰ ਯੂ ਹੈਵ ਡਨ ਗੁੱਡ। ਤਾਂ ਉਹ ਇਸ ਕਰਕੇ ਜਦ ਇੱਕ ਫਿਲਮ ਹੁੰਦੀ ਹੈ, ਇੱਕ ਐਲਬਮ ਹੁੰਦੀ ਹੈ, ਤਾਂ ਮੈਂ ਚਾਹਨਾ ਕਿ ਕੋਈ ਦੂਸਰਾ ਗੀਤਕਾਰ ਨਾ ਆਵੇ, ਕੋਈ ਦੂਸਰਾ ਗੀਤਕਾਰ ਜਾਂ ਸੰਗੀਤਕਾਰ ਕਰ ਰਿਹਾ ਤਾਂ ਮੈਂ ਇਹ ਵੀ ਕੋਸ਼ਿਸ਼ ਕਰਦਾ ਮੈਂ ਦਖਲ ਨਾ ਦੇਵਾਂ ਉਹਨਾਂ ਦੇ ਕੰਮ ਦੇ ਵਿੱਚ। ਤੇ ਤੁਸੀਂ ਇਹ ਵੀ ਕਹਿੰਦੇ ਹੁੰਦੇ ਹੋ ਕਿ ਜਦੋਂ ਕੋਈ ਇੱਕ ਗੀਤਕਾਰ ਕਿਸੇ ਇੱਕ ਫਿਲਮ ਦੇ ਮੰਨ ਲਓ 7 ਜਾਂ 8 ਗੀਤ ਲਿਖਦਾ ਆ, ਤਾਂ ਇਸ ਜ਼ਰੀਏ ਉਸ ਗੀਤਕਾਰ ਦਾ ਕਲਰ ਵੀ ਫਿਲਮ ਦੇ ਵਿੱਚ ਦਿਸਦਾ ਆ। ਬਿਲਕੁਲ ਬਿਲਕੁਲ, ਲਿਖਦਾ ਕਲਰ ਵੀ ਦਿਖਦਾ ਤੇ ਕਪੈਸਿਟੀ ਵੀ ਦਿਖਦੀ ਹੈ ਕਲਰ ਦੇ ਨਾਲ ਨਾਲ। ਹੁਣ ਮੈਂ ਰੋਮਾਂਟਿਕ ਗਾਣੇ ਤੇ ਬੜੇ ਅੱਛੇ ਲਿਖਦਾ, ਪਰ ਮੈਂ ਜਿਹਨੂੰ ਅੱਜ ਕੱਲ੍ਹ ਡਾਂਸ ਸੌਂਗ ਕਹਿੰਦੇ ਨੇ ਜਾਂ ਆਈਟਮ ਸੌਂਗ ਕਹਿੰਦੇ ਨੇ, ਉਹ ਮੈਂ ਅੱਛੇ ਨਹੀਂ ਲਿਖਦਾ। ਇਹਦਾ ਮਤਲਬ ਮੈਂ ਲਿਮਿਟਡ ਰਾਈਟਰ ਹਾਂ। ਮੈਂ ਬਿਰਹਾ ਦੇ ਗੀਤ ਬਹੁਤ ਅੱਛੇ ਲਿਖਦਾ, ਮੈਂ ਰੋਮਾਂਟਿਕ ਗਾਣੇ ਅਸਲੀ ਜਿਹੜੇ ਹੁੰਦੇ ਨੇ ਜਿਹਨੂੰ ਕਹਿ ਲਓ ਰੋਮਾਂਸ ਪੈਦਾ ਕਰਨ ਵਾਲੇ, ਉਹ ਮੈਂ ਚੰਗੇ ਨਹੀਂ ਲਿਖ ਪਾਉਂਦਾ। ਤਾਂ ਮਤਲਬ ਮੈਂ ਲਿਮਿਟਡ ਰਾਈਟਰ ਹਾਂ। ਇੱਕ ਕੰਪਲੀਟ ਰਾਈਟਰ ਤੁਹਾਨੂੰ ਨਜ਼ਰ ਆਉਂਦਾ ਹੈ ਜਦੋਂ ਇੱਕ ਕੰਪਲੀਟ ਕੰਮ ਕਰਦਾ। ਇਹ ਉਹਦਾ ਕਲਰ ਜਿਹਨੂੰ ਕਹਿੰਦੇ ਨੇ, ਰਾਈਟਰ ਤੱਕ ਪਹੁੰਚਣ ਵਾਸਤੇ ਉਹਦੀਆਂ ਲਿਖਤਾਂ ਦੇ ਥਰੂ ਪਹੁੰਚਿਆ ਜਾ ਸਕਦਾ, ਜਾਂ ਇੱਕ ਰਾਈਟਰ ਦੀ ਡੈਪਥ ਦੇਖਣ ਵਾਸਤੇ ਉਹਦਾ ਕੰਮ ਦੇਖਿਆ ਜਾ ਸਕਦਾ। ਬਿਲਕੁਲ। ਤੇ ਇਹ ਇੱਕ ਤੁਸੀਂ ਦੇਖੋ ਪੁਰਾਣੇ ਜਿੰਨੇ ਰਾਈਟਰ ਸੀ, ਜਿੰਨੇ ਵੀ ਗੀਤਕਾਰ ਸੀ, ਉਹ ਭਾਵੇਂ ਸਾਹਿਰ ਸਾਹਿਬ ਹੋਣ, ਮਜਰੂ ਸਾਹਿਬ ਹੋਣ, ਉਹ ਸ਼ੈਲੇਂਦਰ ਸਾਹਿਬ ਹੋਣ, ਆਨੰਦ ਬਖਸ਼ੀ ਸਾਹਿਬ ਹੋਣ, ਉਹ ਵੀ ਤਾਂ ਕਰ ਸਕਦੇ ਸੀ ਨਾ ਵੀ ਚੱਲ ਇੱਕ ਗਾਣਾ ਤੂੰ ਲਿਖ ਲੈ, ਇੱਕ ਗਾਣਾ ਮੈਂ ਲਿਖ ਲੈਣਾ। ਬਿਲਕੁਲ। ਉਹਨਾਂ ਨੇ ਇਹ, ਜਾਂ ਮਿਊਜ਼ਿਕ ਡਾਇਰੈਕਟਰ ਵੀ, ਤਾਂ ਆਪਣਾ ਕਲਰ ਦੇਣ ਵਾਸਤੇ, ਆਪਣਾ ਰੰਗ ਦੇਣ ਵਾਸਤੇ, ਆਪਣਾ ਇੱਕ ਜਿਹਨੂੰ ਕਹਿ ਲਓ ਓਨ ਕਰਨ ਵਾਸਤੇ, ਉਹ ਭਾਵੇਂ ਉਹਦੀ ਵਾਹ ਵਾਹੀ ਹੈ ਜਾਂ ਤੁਹਾਡਾ ਕੰਮ ਨਹੀਂ ਪਸੰਦ ਆਇਆ, ਉਹ ਠੀਕ ਹੈ, ਅੱਛਾ ਵੀ ਮੇਰਾ, ਬੁਰਾ ਵੀ ਮੇਰਾ, ਤਾਂ ਓਨ ਕਰਨਾ ਬਹੁਤ ਜ਼ਰੂਰੀ ਹੈ। ਬਿਲਕੁਲ। ਸੋ ਇੱਕ ਰੁਝਾਨ ਪੰਜਾਬ ਦੀ ਗੀਤਕਾਰੀ 'ਚ ਇਹ ਵੀ ਹੈ, ਚਾਹੇ ਉਹ ਕਿਸੇ ਫਿਲਮ ਦੇ ਲਈ ਗੀਤ ਲਿਖ ਰਹੇ ਨੇ ਜਾਂ ਕੋਈ ਵੈਸੇ ਕੋਈ ਗੀਤ ਲਿਖ ਰਹੇ ਨੇ, ਕਿਸੇ ਐਲਬਮ ਜਾਂ ਸੋਲੋ ਟਰੈਕ ਦੇ ਲਈ ਲਿਖ ਰਹੇ ਨੇ, ਤੇ ਇੱਥੇ ਹੁੰਦਾ ਹੈ ਕਿ ਗੀਤ ਦੇ ਆਖਰੀ ਅੰਤਰੇ ਦੇ ਵਿੱਚ ਗੀਤਕਾਰ ਦਾ ਨਾਮ ਜ਼ਰੂਰੀ ਸਮਝਿਆ ਜਾਂਦਾ ਜੀ। ਤੇ ਬਾਲੀਵੁੱਡ ਦੇ ਵਿੱਚ ਇਹ ਰੁਝਾਨ ਨਹੀਂ ਹੈ ਮੇਰੇ ਖਿਆਲ ਦੇ ਨਾਲ, ਹੋ ਸਕਦਾ ਮੈਂ ਗਲਤ ਵੀ ਹੋਵਾਂ। ਸੋ ਉਹਦੇ ਪਿੱਛੋਂ ਦੀ ਸਾਈਕੋਲੋਜੀ ਕੀ ਹੈ ਬਾਲੀਵੁੱਡ ਦੀ? ਕਿਉਂਕਿ ਇਹ ਐਲਬਮ ਹੁੰਦੇ ਨੇ, ਜਨਰਲੀ ਐਲਬਮ ਤਿਆਰ ਹੁੰਦੇ ਨੇ, ਮੈਨੂੰ ਐਂ ਲੱਗਦਾ। ਔਰ ਦੂਸਰੇ ਮੈਨੂੰ ਐਂ ਵੀ ਲੱਗਦਾ ਵੀ ਇਹ ਨਾ ਕ੍ਰਾਈਸਿਸ ਆਫ ਆਇਡੈਂਟੀਫਿਕੇਸ਼ਨ ਹੈ। ਬਿਲਕੁਲ। ਗੀਤਕਾਰ ਨੂੰ ਬਹੁਤ ਘੱਟ ਲੋਕ ਜਾਣਦੇ ਨੇ, ਉਹਦਾ ਨਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ। ਕੋਈ ਗੀਤ ਆਉਂਦਾ ਤਾਂ ਸਭ ਨਾਲੋਂ ਪਹਿਲਾਂ ਸਿੰਗਰ ਦਾ ਨਾਮ ਲਿਆ ਜਾਂਦਾ, ਉਹਦਾ ਗੀਤ ਸੁਣਿਆ, ਜਦ ਕਿ ਉਹ ਗੀਤ ਉਸ ਸਿੰਗਰ ਦਾ ਬਾਅਦ 'ਚ ਹੁੰਦਾ, ਉਹ ਤੋਂ ਪਹਿਲਾਂ ਉਹ 2 ਹੋਰ ਬੰਦਿਆਂ ਦਾ ਹੁੰਦਾ। ਉਹ 2 ਬੰਦੇ ਕਿਹੜੇ ਨੇ? ਇੱਕ ਗੀਤਕਾਰ, ਇੱਕ ਸੰਗੀਤਕਾਰ। ਬਿਲਕੁਲ।
ਸਿੰਗਰ ਨੇ ਤਾਂ ਤੁਸੀਂ ਸਿੰਗਰ ਹੋ, ਮੈਂ ਗੀਤ ਲਿਖਿਆ ਤੇ ਮੈਂ ਮਿਊਜ਼ਿਕ ਦਿੱਤਾ ਤੇ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਐਂ ਗਾ ਦਿਓ ਜੀ। ਤੁਸੀਂ ਤਾਂ ਬੇਸਿਕਲੀ ਕਾਰਬਨ ਕਾਪੀ ਫੋਟੋਸਟੇਟ ਗੱਡੀ ਆ ਮੇਰੀ ਥਾਟ ਦੀ। ਬਿਲਕੁਲ ਥਾਟ ਜਿੱਥੋਂ ਓਰੀਜਿਨੇਟ ਹੋਈ ਹੈ ਉਹ ਤੇ ਕੋਈ ਹੋਰ ਮਾਈਂਡ ਹੈ ਨਾ। ਇਹ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਉਸ ਵਜ੍ਹਾ ਕਰਕੇ, ਔਰ ਦੂਸਰੇ ਐਲਬਮ ਦੇ ਵਿੱਚ ਇਹ ਨਾ ਲਿਖਣ ਦੀ ਤਾਂ ਕਿ ਅੱਗੇ ਨੂੰ ਉਹਨੂੰ ਪਬਲਿਸਿਟੀ ਕੋਈ ਨਹੀਂ ਦਿੰਦਾ ਗੀਤਕਾਰ ਨੂੰ। ਫੋਟੋ ਲੱਗਦੀ ਹੈ ਐਲਬਮ ਦੇ ਉੱਪਰ ਜਿਵੇਂ ਪਹਿਲਾਂ ਲੱਗਦੀ ਸੀ, ਜਾਂ ਹੁਣ ਵੀ ਜਿਹੜੇ ਥੰਬਨੇਲ ਬਣਦੇ ਨੇ ਉਹਦੇ ਕਿਸੇ ਥੰਬਨੇਲ ਤੇ ਤੁਸੀਂ ਕਦੇ ਨਹੀਂ ਦੇਖਿਆ ਕਿ ਗੀਤਕਾਰ ਦਾ ਵੀ ਫੋਟੋ ਆਈ ਹੋਵੇ ਥੰਬਨੇਲ ਦੇ ਉੱਪਰ, ਰਾਈਟ। ਪਹਿਲਾਂ ਰਿਕਾਰਡ ਬੜੇ ਆਉਂਦੇ ਹੁੰਦੇ ਸੀ ਜਿਹਨੂੰ ਵਿਨਿਲ ਰਿਕਾਰਡਸ, LPs, ਉਹਦੇ ਪਰ ਛੋਟੀ ਜਿਹੀ ਫੋਟੋ ਜ਼ਰੂਰ ਲੱਗੀ ਹੁੰਦੀ ਸੀ ਗੀਤਕਾਰ ਦੀ ਤੇ ਸੰਗੀਤਕਾਰ ਦੀ। ਤਾਂ ਉਹ ਇੱਕ ਤਾਂ ਇਹ ਲੋਕਾਂ ਨੂੰ ਪਤਾ ਲੱਗ ਜਾਏ ਮੈਂ ਗੀਤ ਲਿਖਿਆ, ਇੱਕ ਤਾਂ ਇਹ ਵਜ੍ਹਾ ਹੁੰਦੀ ਹੈ। ਫਿਲਮਾਂ 'ਚ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਉਹ ਗੀਤ ਜਿਹਨੇ ਵੀ ਲਿਖਿਆ ਹੋਵੇ ਉਹ ਲਿਖਿਆ ਹੋ ਸਕਦਾ ਇਰਸ਼ਾਦ ਕਾਮਿਲ ਦਾ, ਲਿਰਿਸਿਸਟ ਇਰਸ਼ਾਦ ਕਾਮਿਲ ਹੋ ਸਕਦਾ, ਪਰ ਉਹ ਜਿਹੜਾ ਗਾਣਾ ਹੈ ਐਕਚੁਅਲੀ ਉਸ ਕਰੈਕਟਰ ਦਾ ਹੁੰਦਾ ਜਿਸ ਕਰੈਕਟਰ ਦੀ ਤੁਸੀਂ ਫਿਲਮ ਦੇਖ ਰਹੇ ਹੋ। ਬਿਲਕੁਲ। ਜੇ ਤੁਸੀਂ ਜਾਰਡਨ ਦੀ ਫਿਲਮ ਦੇਖ ਰਹੇ ਹੋ, ਰੌਕਸਟਾਰ ਫਿਲਮ ਦੇਖ ਰਹੇ ਹੋ, ਤਾਂ ਉਹ ਜਾਰਡਨ ਦੀ ਥਾਟ ਹੈ ਜੋ ਉਹ ਕਹਿ ਰਿਹਾ, ਕਿਉਂਕਿ ਜਾਰਡਨ ਸਿੰਗਰ ਹੈ, ਰਾਈਟਰ ਨਹੀਂ ਹੈ। ਇਸ ਕਰਕੇ ਉਹਨੇ ਕਿਸੇ ਰਾਈਟਰ ਤੋਂ ਮਦਦ ਲੈ ਲਈ ਕਿ ਮੇਰੀ ਥਾਟ ਲਿਖ ਦੇ, ਉਹ ਰਾਈਟਰ ਇਰਸ਼ਾਦ ਕਾਮਿਲ ਹੈ। ਇਸ ਕਰਕੇ ਉੱਥੇ ਨਾ ਨਹੀਂ ਹੁੰਦਾ। ਬਿਲਕੁਲ। ਰੌਕਸਟਾਰ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਰੌਕਸਟਾਰ ਦੇ ਸਾਰੇ ਹੀ ਗੀਤ ਬਹੁਤ ਹੀ ਬਿਹਤਰੀਨ ਸੀਗੇ, ਪਰ ਕੁਨ ਫਾਇਆ ਕੁਨ ਮੈਨੂੰ ਲੱਗਦਾ ਕੋਈ ਵੀ ਪੰਜਾਬ 'ਚ ਵੀ ਸ਼ਾਇਦ ਕੋਈ ਇੱਦਾਂ ਦਾ ਇਨਸਾਨ ਨਹੀਂ ਹੋਣਾ ਜੋ ਸੰਗੀਤ ਨੂੰ ਪ੍ਰੇਮ ਕਰਦਾ ਹੋਵੇ ਜਿਨ੍ਹਾਂ ਨੇ ਨਾ ਸੁਣਿਆ ਹੋਵੇ। ਇਸ ਤੋਂ ਬਾਅਦ ਇਸ ਚੀਜ਼ 'ਤੇ ਵੀ ਬੜੀ ਚਰਚਾ ਹੋਈ ਸੀ ਕਿ ਕੁਨ ਫਾਇਆ ਕੁਨ ਹੈ ਕੀ। ਸੋ ਇਸ ਜਿਵੇਂ ਤੁਸੀਂ ਅਕਸਰ ਆਪਣੀ ਗੱਲਬਾਤ ਦੇ ਵਿੱਚ ਗੱਲ ਕਰਦੇ ਹੋ ਕਿ ਹਰ ਇੱਕ ਗੀਤ ਦੀ ਕਹਾਣੀ ਹੁੰਦੀ ਹੈ, ਸੋ ਕੁਨ ਫਾਇਆ ਕੁਨ ਦੀ ਕੀ ਕਹਾਣੀ ਹੈ? ਕੁਨ ਫਾਇਆ ਕੁਨ ਐਕਚੁਅਲੀ ਮੈਂ ਬੁੱਲੇ ਸ਼ਾਹ ਪੜ੍ਹ ਰਿਹਾ ਸੀ ਇੱਕ ਦਿਨ ਬੈਠਾ, ਮੈਂ ਅਕਸਰ ਪੜ੍ਹਦਾ ਰਹਿਣਾ, ਤੇ ਪੜ੍ਹਦੇ ਉਹਨਾਂ ਦੀ ਇੱਕ ਕਾਫੀ ਦੇ ਵਿੱਚ ਇਹ ਵਰਡ ਆਇਆ ਕੁਨ ਫਾਇਆ ਕੁਨ। ਮੈਂ ਰੁਕ ਗਿਆ ਤੇ ਮੈਂ ਥੋੜਾ ਲੱਭਣ ਦੀ ਕੋਸ਼ਿਸ਼ ਕੀਤੀ, ਜਿਵੇਂ ਹਰ ਇੱਕ ਕਿਊਰੀਅਸ ਮਾਈਂਡ ਸੋਚਦਾ ਵੀ ਇਹ ਕੀ ਵਰਡ ਹੈ, ਤੇ ਮੈਨੂੰ ਪਤਾ ਚੱਲਿਆ ਕਿ ਇਹ ਕੁਰਾਨ ਦੇ ਵਿੱਚ ਵਰਡ ਆਇਆ। ਰੱਬ ਨੇ ਜਦੋਂ ਦੁਨੀਆ ਬਣਾਈ ਸੀ ਤਾਂ ਉਹਨੇ ਕਿਹਾ ਸੀ ਕੁਨ। ਫਰਿਸ਼ਤਿਆਂ ਨੇ ਪੁੱਛਿਆ, ਰੱਬ ਨੇ ਕਿਹਾ ਫਰਿਸ਼ਤਿਆਂ ਨੂੰ, ਦੇਵਤਾਵਾਂ ਨੂੰ ਕਿਹਾ ਕਿ ਮੈਂ ਦੁਨੀਆ ਬਣਾਉਣ ਲੱਗਿਆ, ਮੈਂ ਇੱਕ ਮਖਲੂਕ ਬਣਾਉਣ ਲੱਗਿਆ, ਬੰਦੇ ਬਣਾਉਣ ਲੱਗਿਆ ਮੈਂ। ਤੁਸੀਂ ਫਰਿਸ਼ਤੇ ਥੋੜਾ ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਤੂੰ ਰੱਬ ਇਸ ਕਰਕੇ ਰੱਬ ਹੈ ਕਿ ਅਸੀਂ ਤੇਰੀ ਪੂਜਾ ਕਰਦੇ ਹਾਂ। ਮੈਂ ਉਹ ਇੱਕ ਮਖਲੂਕ ਬਣਾਵਾਂਗਾ ਜਿਹਦੇ ਕੋਲ ਮੈਨੂੰ ਨਾ ਮੰਨਣ ਦੀ ਛੂਟ ਹੋਏਗੀ, ਪਰ ਫਿਰ ਵੀ ਉਹ ਮੈਨੂੰ ਮੰਨੇਗੀ। ਉਹ ਕਹਿੰਦੇ ਕਿਵੇਂ ਬਣਾਏਗਾ? ਮੈਂ ਕਹਾਂਗਾ ਕੁਨ ਹੋ ਜਾ, ਫਾਇਆ ਕੁਨ ਹੋ ਜਾएगा। तो खुदा ने किया कुन, तो दुनिया बन गई। अब मैं क्यों इस्तेमाल किया है वर्ड इत्थे जद पिक्चर ਦੇ ਵਿੱਚ ਗਾਣਾ ਚੱਲਦਾ ਹੈ? ਉਹ ਇਸ ਕਰਕੇ ਕੀਤਾ ਕਿ ਜੋ ਜਨਾਰਦਨ ਜਿਹੜਾ ਕਰੈਕਟਰ ਸੀ, ਜਦ ਉਹਨੂੰ ਘਰੋਂ ਕੱਢ ਦਿੰਦੇ ਨੇ ਉਹਦੇ ਭਾਈਬੰਦ, ਘਰੋਂ ਕੱਢ ਦਿੱਤਾ ਜਾਂਦਾ ਹੈ ਕਿ ਤੂੰ ਗਾਣੇ ਗਾਉਂਦਾ ਰਹਿਣਾ, ਤੂੰ ਆਵਾਰਾ ਹੈ ਵਗੈਰਾ ਵਗੈਰਾ, ਜਿਵੇਂ ਜਿਹੜਾ ਕਿ ਹਰ ਇੱਕ ਆਰਟਿਸਟ ਨਾਲ ਹੁੰਦਾ ਸ਼ੁਰੂ ਦੇ ਵਿੱਚ। ਤੇ ਉਹ ਘਰੋਂ ਨਿਕਲ ਕੇ ਆਪਣੀ ਦੁਨੀਆ ਬਣਾਉਣ ਵਾਸਤੇ ਨਿਕਲਿਆ, ਤੇ ਉਹ ਵੀ ਮਿਹਨਤ ਕਰੇਗਾ, ਉਹ ਵੀ ਆਪਣੇ ਆਪ ਨੂੰ ਲੱਭੇਗਾ, ਉਹ ਵੀ ਕਹੇਗਾ ਕੁਨ, ਤੇ ਉਹਦੀ ਦੁਨੀਆ ਬਣ ਜਾਏਗੀ। ਤੇ ਉਹ ਨਿਜ਼ਾਮੁਦੀਨ ਦੀ ਦਰਗਾਹ ਤੇ ਜਾਂਦਾ ਤੇ ਉੱਥੇ ਕਵਾਲੀ ਜਿਹੜੀ ਕੁਨ ਫਾਇਆ ਕੁਨ ਚੱਲਦੀ ਹੈ। ਤਾਂ ਬੇਸਿਕਲੀ ਦੈਟਸ ਹਾਊ ਆਈ ਰਿਲੇਟਡ ਜਾਰਡਨ ਨੂੰ ਇਸ ਥਾਟ ਨਾਲ। ਬਿਲਕੁਲ। ਸੋ ਤੁਸੀਂ ਇਹ ਵੀ ਕਹਿੰਦੇ ਹੋ ਕਿ ਇੱਕ ਐਕਟਰ ਦੇ ਲਈ ਸਕੂਲ ਹੋ ਸਕਦਾ ਆ, ਇੱਕ ਡਾਇਰੈਕਟਰ ਦੇ ਲਈ ਵੀ ਸਕੂਲ ਹੋ ਸਕਦਾ ਵਾ, ਮਿਊਜ਼ੀਸ਼ੀਅਨ ਦੇ ਲਈ ਵੀ ਇੱਕ ਸਕੂਲ ਹੋ ਸਕਦਾ ਆ, ਪਰ ਇੱਕ ਗੀਤਕਾਰ ਦੇ ਲਈ ਜੋ ਸਕੂਲ ਹੋ ਸਕਦਾ ਉਹ ਸਿਰਫ ਲਿਟਰੇਚਰ ਹੈ। ਤੁਹਾਡਾ ਬਹੁਤ ਲੰਮਾ ਤਜਰਬਾ, ਤੁਸੀਂ ਤਕਰੀਬਨ 20 ਦਹਾਕਿਆਂ ਜੋ ਤਾਂ ਬਾਲੀਵੁੱਡ 'ਚ ਲਿਖ ਰਹੇ ਹੋ, ਉਸ ਤੋਂ ਪਹਿਲਾਂ ਦੀ ਤੁਹਾਡੀ ਗੀਤਕਾਰੀ ਸ਼ੁਰੂ ਹੋ ਚੁੱਕੀ ਸੀ ਕਵਿਤਾਵਾਂ ਦੇ ਜ਼ਰੀਏ ਭਾਵੇਂ ਤੁਸੀਂ ਕਹਿ ਲਓ, ਪਰ ਬਹੁਤ ਸਾਰੇ ਅੱਜ ਦੇ ਜੋ ਮਾਡਰਨ ਗੀਤਕਾਰ ਨੇਗੇ ਉਹ ਕਹਿੰਦੇ ਨੇ ਕਿ ਗੀਤਕਾਰੀ ਸਿਰਫ ਇੱਕ ਖਿਆਲ ਹੁੰਦਾ, ਤਾਂ ਲਿਟਰੇਚਰ ਜ਼ਰੂਰੀ ਨਹੀਂ ਹੈ।
ਤੁਸੀਂ ਕਹਿੰਦੇ ਹੋ ਕਿ ਮੇਰੇ ਪੂਰੇ ਗਾਣੇ ਦੇ ਵਿੱਚ ਤੁਹਾਨੂੰ ਇਰਸ਼ਾਦ ਕਾਮਿਲ ਨਹੀਂ ਲੱਭੇਗਾ, ਅਗਰ ਤੁਸੀਂ ਇਰਸ਼ਾਦ ਕਾਮਿਲ ਨੂੰ ਮਿਲਣਾ ਤੇ ਮੇਰੇ ਹਰ ਗੀਤ ਦਾ ਤੁਸੀਂ ਦੂਸਰਾ ਪੈਰਾ ਸੁਣ ਸਕਦੇ ਹੋ ਨਾ। ਸੋ ਤੁਸੀਂ ਇਸ ਗੱਲ ਦੇ ਉੱਪਰ ਬਹੁਤ ਜ਼ੋਰ ਦਿੰਦੇ ਹੋ ਕਿ ਇੱਕ ਗੀਤਕਾਰ ਦੇ ਲਈ ਸਭ ਤੋਂ ਵੱਡਾ ਸਕੂਲ ਲਿਟਰੇਚਰ ਹੋ ਸਕਦਾ ਹੈ। ਸੋ ਤੁਹਾਡੀ ਸਮਝ ਦੇ ਵਿੱਚ ਇਹ ਚੀਜ਼ ਕਿਉਂ ਹੈ? ਮੇਰੀ ਸਮਝ ਦੇ ਵਿੱਚ ਮੈਨੂੰ ਐਂ ਲੱਗਦਾ ਹੈ, ਦੇਖੋ ਇਸ ਤਰ੍ਹਾਂ ਹੈ, ਸਿੰਪਲ ਗੱਲ ਇਸ ਤਰ੍ਹਾਂ ਦੀ ਹੈ ਕਿ ਗਾਣਾ ਲਿਖਣ ਵਾਸਤੇ ਨਾ ਕਿਉਂ ਕੋਈ ਗਾਣਾ ਨਵਾਂ ਗਾਣਾ ਹੈ? ਸਵਾਲ ਇਹ ਹੈ ਵੀ ਉਹਦਾ ਤੂੰ ਨਵਾਂ ਗਾਣਾ ਸੁਣਿਆ? ਸਾਨੂੰ ਪਤਾ ਹੀ ਨਹੀਂ ਨਵਾਂ ਗਾਣਾ ਹੁੰਦਾ ਕੀ ਹੈ। ਨਵਾਂ ਗਾਣਾ ਉਹ ਹੁੰਦਾ ਹੈ ਜਿਸ 'ਚ ਥਾਟ ਨਵਾਂ ਹੋਵੇ। ਬਿਲਕੁਲ। ਹੁਣ ਤੁਸੀਂ 25 ਗਾਣੇ ਸੁਣੇ ਹੋਣਗੇ, ਮੈਂ ਤੇਰੇ ਤੇ ਮਰ ਗਿਆ ਤੇ ਮੈਂ ਤੇਰੇ ਤੇ ਐਂ ਹੋ ਗਿਆ ਔਰ ਉਹ ਹੋ ਗਿਆ ਔਰ ਤੂੰ ਐਂ ਬੜੀ ਸੋਹਣੀ ਲੱਗਦੀ ਐ ਤੇ ਮੇਰਾ ਤਾਂ ਲੁੱਟ ਗਿਆ ਦਿਲ। ਹੁਣ ਇਹ 'ਚ ਕੀ ਨਵੀਂ ਥਾਟ ਹੈ? ਇਹ ਕਿਵੇਂ ਨਵਾਂ ਗਾਣਾ ਹੋ ਸਕਦਾ? ਨਵੇਂ ਗਾਣੇ ਦਾ ਮਤਲਬ ਹੁੰਦਾ ਕਿ ਤੁਸੀਂ ਨਵੀਂ ਥਾਟ ਦਿੱਤੀ, ਕੋਈ ਨਵਾਂ ਖਿਆਲ ਦਿੱਤਾ, ਅਰੇ ਵਾਹ ਇਹ ਗੱਲ ਹੋਈ। ਰਾਈਟ। ਜਿਹੜੇ ਲੋਕ ਲਿਟਰੇਚਰ ਨੂੰ ਬੇਸ ਨਹੀਂ ਮੰਨਦੇ ਗੀਤਕਾਰੀ ਦਾ, ਉਹ ਮੈਨੂੰ ਲੱਗਦਾ ਹੈ ਇੱਕ ਬਹੁਤ, ਸ਼ਾਇਦ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਬੜੇ ਲਿਮਟਿਡ ਲਫ਼ਜ਼ਾਂ ਦੇ ਨਾਲ, ਲਿਮਟਿਡ ਸੋਚ ਦੇ ਨਾਲ ਕੰਮ ਕਰ ਰਹੇ ਨੇ ਤੇ ਲਿਮਟਿਡ ਚੀਜ਼ਾਂ ਬਹੁਤ ਲੰਬੀਆਂ ਚੱਲਦੀਆਂ ਨਹੀਂ ਹੁੰਦੀਆਂ। ਬਿਲਕੁਲ। ਮਤਲਬ ਗੱਡੀ ਤੁਸੀਂ ਪਹਿਲਾਂ ਹੀ ਰਿਜ਼ਰਵ ਦੇ ਵਿੱਚ ਹੈ ਤੇ ਤੁਸੀਂ ਲੌਂਗ ਰੂਟ ਤੇ ਕਿਵੇਂ ਨਿਕਲ ਸਕਦੇ ਹੋ? ਬਿਲਕੁਲ। ਜੇ ਤੁਸੀਂ ਲੌਂਗ ਰੂਟ ਤੇ ਜਾਣਾ ਹੈ ਤਾਂ ਤੁਹਾਨੂੰ ਆਪਣਾ ਜ਼ਖੀਰਾ ਕੋਲ ਰੱਖਣਾ ਪੈਣਾ ਨਾ। ਤੁਹਾਨੂੰ ਥਾਟ ਕਿਵੇਂ ਤੁਹਾਡੀ ਵੱਡੀ ਹੋ ਸਕਦੀ ਹੈ? ਤੁਹਾਡੇ ਕੋਲ ਇੱਕ ਬੰਦਾ ਪੜ੍ਹਿਆ ਲਿਖਿਆ ਕਿਉਂ ਹੈ? ਜਦ ਅਸੀਂ 10ਵੀਂ 'ਚ ਹੁੰਦੇ ਹਾਂ, ਸਾਡੀ ਇੱਕ ਵੋਕੈਬਲਰੀ ਹੁੰਦੀ ਹੈ, ਇੱਕ ਸ਼ਬਦਾਵਲੀ ਹੁੰਦੀ ਹੈ ਸਾਡੀ, ਅਸੀਂ ਪਰਟੀਕੂਲਰ ਕਿਸਮ ਦੇ ਲਫ਼ਜ਼ ਇਸਤੇਮਾਲ ਕਰਦੇ ਹਾਂ। ਫਿਰ ਅਸੀਂ ਗ੍ਰੈਜੂਏਸ਼ਨ ਕਰਨ ਲੱਗ ਜਾਂਦੇ ਹਾਂ, ਫਿਰ ਸਾਡੀ ਵੋਕੈਬਲਰੀ ਬਦਲ ਜਾਂਦੀ ਹੈ। ਉਹ ਵੋਕੈਬਲਰੀ ਨਹੀਂ ਹੁੰਦੀ ਸਾਡੀ ਜਿਹੜੀ 10ਵੀਂ 'ਚ ਹੁੰਦੀ ਹੈ। ਫਿਰ ਮੰਨ ਲਓ ਤੁਸੀਂ MA ਕਰਨ ਲੱਗ ਗਏ ਜਾਂ PhD ਕਰਨ ਲੱਗ ਗਏ, ਸ਼ਬਦਾਵਲੀ ਤੁਹਾਡੀ ਦਾਇਰਾ ਵਿਸ਼ਾਲ ਹੋ ਗਿਆ। ਇੱਕ ਰਾਈਟਰ ਕੋਲ ਸ਼ਬਦਾਵਲੀ ਜਿੰਨੀ ਜ਼ਿਆਦਾ ਹੋਏਗੀ ਉਨਾ ਹੀ ਵੱਡਾ ਰਾਈਟਰ ਹੋਏਗਾ ਉਹ। ਇੱਕ ਰਾਈਟਰ ਦੀ ਸੋਚ ਜਿੰਨੀ ਡੂੰਘੀ ਹੋਏਗੀ ਉਨਾ ਹੀ ਡੂੰਘਾ ਰਾਈਟਰ ਹੋਏਗਾ ਉਹ। ਸੋਚ ਡੂੰਘੀ ਕਿਵੇਂ ਹੋਏਗੀ? ਇਹ ਨਹੀਂ ਕਿ ਇੱਕੋ ਹੀ ਗੱਲ ਸੋਚੀ ਜਾਏਗਾ ਤੇ ਸੋਚ ਡੂੰਘੀ ਹੋ ਜਾਏਗੀ। ਉਹਦੀ ਸੋਚ, ਇੱਕ ਜ਼ਿੰਦਗੀ ਦੇ ਵਿੱਚ ਇੱਕ ਆਦਮੀ ਕਈ ਜ਼ਿੰਦਗੀਆਂ ਕਿਵੇਂ ਜੀ ਸਕਦਾ? ਮੈਂ ਆਪਣੀ ਜ਼ਿੰਦਗੀ ਜੀ ਰਿਹਾ, ਤੁਸੀਂ ਆਪਣੀ ਜ਼ਿੰਦਗੀ ਜੀ ਰਹੇ ਹੋ, ਤੁਸੀਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀ ਰਹੇ ਹੋ, ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀ ਰਿਹਾ। ਪਰ ਮੈਂ ਚਾਹਨਾ ਮੈਂ ਜਿਹੜੀ ਜ਼ਿੰਦਗੀ ਜੀ ਰਿਹਾ ਉਹ ਜ਼ਿੰਦਗੀ ਨਾ ਜੀਵਾਂ, ਕੋਈ ਹੋਰ ਜ਼ਿੰਦਗੀ ਵੀ ਜੀਵਾਂ। ਮੈਂ ਚਾਰਲੀ ਚੈਪਲਿਨ ਦੀ ਜ਼ਿੰਦਗੀ ਜੀਵਾਂ, ਉਹ ਮੈਂ ਕਿਵੇਂ ਕਰ ਸਕਦਾ? ਮੈਂ ਚਾਰਲੀ ਚੈਪਲਿਨ ਦੀ ਜੀਵਨੀ ਲਿਆਵਾਂਗਾ, ਮੈਂ ਪੜ੍ਹਾਂਗਾ ਤੇ ਜਿਵੇਂ ਜਿਵੇਂ ਪੜ੍ਹਦਾ ਜਾਵਾਂਗਾ ਤੇ ਆਪਣੇ ਉਹਦੇ ਬਾਰੇ ਸੋਚਦਾ ਜਾਊਂਗਾ ਤੇ ਮੈਨੂੰ ਲੱਗੇਗਾ ਕਿ ਅੱਛਾ ਇਹ ਚੀਜ਼ਾਂ, ਕਿਤਾਬਾਂ ਦੇ ਥਰੂ ਤੁਸੀਂ ਸੈਂਕੜਿਆਂ ਜ਼ਿੰਦਗੀਆਂ ਜੀ ਸਕਦੇ ਹੋ। ਬਿਲਕੁਲ। ਜਿਨ੍ਹਾਂ ਨੂੰ ਇਹ ਗੱਲ ਦਾ ਨਹੀਂ ਪਤਾ, ਮੈਨੂੰ ਲੱਗਦਾ ਹੈ ਕਿ ਉਹ ਸ਼ਾਇਦ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈਗੀ। ਇਹ ਪਤਾ ਹੋਣਾ ਬਹੁਤ ਜ਼ਰੂਰੀ ਗੱਲ ਹੈ ਇੱਕ ਚੰਗੇ ਗੀਤਕਾਰ ਨੂੰ। ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਮੈਂ ਅੱਜ ਤੱਕ ਟਰਾਂਸਜੈਂਡਰਸ ਦੀ ਜ਼ਿੰਦਗੀ ਤੋਂ ਬਿਲਕੁਲ ਅਣਜਾਣ ਸੀ ਤੇ ਮੈਂ ਰੀਸੈਂਟ ਇੱਕ ਕਿਤਾਬ ਪੜ੍ਹੀ ਜਿਹਦੇ 'ਚ ਮੈਨੂੰ ਲੱਗਿਆ ਕਿ ਇਹਨਾਂ ਦੇ ਨੇੜੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਵੀ ਸਾਡੇ ਆਮ ਲੋਕਾਂ ਵਰਗੇ ਹੀ ਲੋਕ ਹੁੰਦੇ ਨੇ। ਸੋ ਸਾਡੇ ਦਿਮਾਗ ਦੇ ਵਿੱਚ ਹੀ ਕੰਧਾਂ ਖੜੀਆਂ ਹੋ ਜਾਂਦੀਆਂ ਨੇ ਕਿ ਇਹ ਅਲੱਗ ਨੇ ਤੇ ਮੈਂ ਇਹਨਾਂ ਤੋਂ ਬਿਲਕੁਲ ਅਲੱਗ ਹਾਂ। ਜੇ ਮੈਂ ਗਲਤ ਨਹੀਂ ਤਾਂ ਤੁਹਾਡੀ ਰੀਸੈਂਟ ਕਿਤਾਬ ਸੀਗੀ ਕਾਲੀ ਔਰਤ। ਹਾਂ, ਕਾਲੀ ਔਰਤ ਕਾ ਖ਼ਾਬ। ਹਾਂ, ਸੋ ਇਸ 'ਤੇ ਵੀ ਮੈਂ ਗੱਲ ਕਰਨਾ ਚਾਹੁੰਦੀ ਸੀ। ਮੈਨੂੰ ਨਹੀਂ ਪਤਾ ਉਸ ਕਿਤਾਬ ਦੇ ਵਿੱਚ ਕੀ ਲਿਖਿਆ ਹੋਊਗਾ, ਪਰ ਅਕਸਰ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਸੋਹਣੀ ਕੁੜੀ ਮਤਲਬ ਗੋਰੇ ਚਿੱਟੇ ਰੰਗਾਂ ਵਾਲੀ। ਤਾਂ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਹਮੇਸ਼ਾ ਇਹ ਡਿਸਕਸ਼ਨ ਰਹਿੰਦੀ ਆ ਕਿ ਅਸੀਂ ਸਿਰਫ ਗੋਰੀਆਂ ਕੁੜੀਆਂ ਦੇ ਉੱਪਰ ਹੀ ਗੀਤ ਲਿਖਦੇ ਹਾਂ, ਕਿਉਂਕਿ ਸਾਨੂੰ ਲੱਗਦਾ ਹੈ ਕਿ ਗੋਰਾ ਰੰਗ ਹੀ ਸੁੰਦਰਤਾ ਦਾ ਪ੍ਰਤੀਕ ਹੁੰਦਾ ਹੈ। ਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਕਿਉਂਕਿ ਤੁਸੀਂ ਟਾਈਟਲ ਦਿੱਤਾ ਕਿਤਾਬ ਨੂੰ? ਓਕੇ, ਸੀ ਇਸ ਤਰ੍ਹਾਂ ਦਾ, ਮੁਹੱਬਤ ਇੱਕ ਸਬਜੈਕਟ ਹੈ, ਮੁਹੱਬਤ ਆਬਜੈਕਟ ਨਹੀਂ ਹੈ। ਬਿਲਕੁਲ। ਜਦ ਤੁਸੀਂ ਆਬਜੈਕਟੀਫਿਕੇਸ਼ਨ ਸ਼ੁਰੂ ਕਰਤੀ, ਮਤਲਬ ਤੁਸੀਂ ਮੁਹੱਬਤ ਕਰਦੇ ਹੀ ਨਹੀਂ। ਜੇ ਤੁਸੀਂ ਇਹੀ ਕਹਿਣ ਲੱਗ ਗਿਆ ਗੋਰੀ ਕੁੜੀ ਨੂੰ ਮੈਂ ਪਿਆਰ ਕਰਦਾ, ਇਹਦਾ ਮਤਲਬ ਜੇ ਉਹ ਕੱਲ ਨੂੰ ਧੁੱਪੇ ਕਾਲੀ ਹੋ ਜਾਵੇ ਤੇ ਤੁਸੀਂ ਪਿਆਰ ਕਰਨਾ ਛੱਡ ਦੋਗੇ ਉਹਨੂੰ? ਬਿਲਕੁਲ।
ਇਹਦਾ ਮਤਲਬ ਤੁਹਾਡਾ ਪਿਆਰ ਪਿਆਰ ਨਹੀਂ। ਤੇਰੀਆਂ ਅੱਖਾਂ ਦੇ ਵਿੱਚ ਮੈਂ ਡੁੱਬ ਮਰਾਂ, ਇਸ ਤਰ੍ਹਾਂ ਦੀਆਂ ਤੁਸੀਂ ਗੱਲਾਂ ਲਿਖਦੇ ਹੋ, ਰੱਬ ਨਾ ਕਰੇ ਕੱਲ ਨੂੰ ਉਹਦੀਆਂ ਅੱਖਾਂ ਨੂੰ ਕੁਛ ਹੋ ਜਾਵੇ। ਪਿਆਰ ਤਾਂ ਕੋਈ ਹੋਰ ਚੀਜ਼ ਹੈ ਨਾ। ਬਿਲਕੁਲ। ਤੁਸੀਂ ਗੱਲ ਕਰ ਰਹੇ ਹੋ ਫਿਜ਼ੀਕੈਲਿਟੀ ਦੀ, ਤੁਸੀਂ ਗੱਲ ਕਰ ਰਹੇ ਹੋ ਆਬਜੈਕਟੀਫਿਕੇਸ਼ਨ ਦੀ। ਫਿਜ਼ੀਕੈਲਿਟੀ ਆਬਜੈਕਟੀਫਿਕੇਸ਼ਨ ਇਜ਼ ਅ ਡਿਫਰੈਂਟ ਚੈਪਟਰ। ਬਿਲਕੁਲ। ਲਵ ਇਜ਼ ਅ ਡਿਫਰੈਂਟ ਚੈਪਟਰ। ਲਵ ਕੋਈ ਹੋਰ ਚੀਜ਼ ਹੈ, ਮੁਹੱਬਤ ਕੋਈ ਹੋਰ ਚੀਜ਼ ਹੈ। ਬਿਲਕੁਲ ਰਾਈਟ। ਔਰ ਕਾਲੀ ਔਰਤ ਹੋਵੇ ਜਾਂ ਕਾਲੀ ਕੁੜੀ ਹੋਵੇ ਜਾਂ ਸੋਹਣੀ ਕੁੜੀ ਹੋਵੇ ਜਾਂ ਨਾ ਸੋਹਣੀ ਕੁੜੀ ਹੋਵੇ, ਪਿਆਰ ਤਾਂ ਇੱਕ ਹੋਰ ਚੀਜ਼ ਹੈ। ਜੇ ਤੁਸੀਂ ਉਸ ਤੱਕ ਨਹੀਂ ਪਹੁੰਚ ਪਾ ਰਹੇ ਹੋ ਤਾਂ ਤੁਹਾਨੂੰ ਪਿਆਰ 'ਤੇ ਗੱਲ ਕਰਨ ਦਾ ਹੱਕ ਹੀ ਕੋਈ ਨਹੀਂ। ਕਿਉਂਕਿ ਇਹੋ ਜਿਹੇ ਗੀਤਾਂ ਨੇ ਸਾਨੂੰ ਫੇਅਰਨੈਸ ਕਰੀਮਾਂ ਜ਼ਰੂਰੀ ਲੱਗਣ ਲਾਤੀਆਂ ਕਿ ਕੁੜੀਆਂ ਦਾ ਗੋਰਾ ਹੋਣਾ ਜ਼ਰੂਰੀ ਆ, ਕੁੜੀਆਂ ਦਾ ਉੱਚਾ ਕੱਦ ਹੋਣਾ ਚਾਹੀਦਾ, ਕਿਉਂਕਿ ਉਹਨਾਂ ਕੁੜੀਆਂ ਬਾਰੇ ਹੀ ਗੀਤਾਂ ਦੇ ਵਿੱਚ ਗਾਇਆ ਲਿਖਿਆ ਜਾਂਦਾ ਆ। ਜੀ 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 ਬਿਲਕੁਲ। ਔਰ ਇਹਦੇ ਪਿੱਛੇ ਮੈਨੂੰ ਐਂ ਵੀ ਲੱਗਦਾ ਜੀ, ਸ਼ਾਇਦ 100-200 ਸਾਲ ਗੁਲਾਮ ਰਹਿਣਾ ਵੀ ਵਜ੍ਹਾ ਹੈ ਸਾਡੀ। ਕਿਉਂਕਿ 100-200 ਸਾਲ ਬ੍ਰਿਟਿਸ਼ਰ ਸਾਡੇ ਤੇ ਰਾਜ ਕਰਦੇ ਰਹੇ ਨਾ, ਤਾਂ ਸਾਨੂੰ ਲੱਗਦਾ ਰਿਹਾ ਉਹ ਗੋਰੇ ਲੋਕ, ਅਰੇ ਉਹ ਤਾਂ ਬੜੇ ਕਮਾਲ ਦੇ ਨੇ, ਉਹ ਦੇਖੋ ਕਿਵੇਂ ਆਉਂਦੇ ਨੇ, ਉਹ ਹੈਟ ਪਹਿਨਦੇ ਨੇ, ਉਹ ਸਨ ਗਲਾਸਿਸ ਲਾਉਂਦੇ ਨੇ, ਉਹ ਤੇ ਮੈਕਸੀਆਂ ਪਾਉਂਦੇ ਨੇ ਔਰ ਇਹ ਕਰਦੇ ਨੇ, ਉਹ ਬੜੇ ਘੈਂਟ ਹੁੰਦੇ ਨੇ, ਅਸੀਂ ਤਾਂ ਐਵੇਂ ਹੀ ਆ। ਸਾਨੂੰ ਆਪਣੀ ਵੈਲਿਊ ਕਰਨੀ ਉਹਨੇ ਛੱਡਤੀ। ਬਿਲਕੁਲ। ਮਤਲਬ ਭੁਲਾਤੀ ਹੈ। ਐਕਚੁਅਲੀ ਹਿਊਮਨ ਦੀ ਵੈਲਿਊ ਹੋਣੀ ਚਾਹੀਦੀ ਹੈ, ਫਿਜ਼ੀਕ ਦੀ ਵੈਲਿਊ ਨਹੀਂ ਹੋਣੀ ਚਾਹੀਦੀ। ਫਿਜ਼ੀਕ ਉਹ ਕਹਿੰਦੇ ਨੇ ਕਿ ਨਾ ਹੈ ਇਹ ਮੇਰਾ ਇੱਕ ਗਾਣਾ ਉਹ ਤੁਮਸੇ ਹੀ ਜਬ ਵੀ ਮਿਟਦਾ, ਨਾ ਹੈ ਇਹ ਪਾਣਾ ਨਾ ਖੋਣਾ ਹੀ ਹੈ, ਤੇਰਾ ਨਾ ਹੋਣਾ ਜਾਣੇ ਕਿਉਂ ਹੋਣਾ ਹੀ ਹੈ। ਮਤਲਬ ਜੇ ਬੰਦਾ ਸਾਹਮਣੇ ਹੈ, ਕੀ ਪਿਆਰ ਤੁਹਾਡਾ ਉਨੀ ਦੇਰ ਹੀ ਹੈ? ਜੇ ਬੰਦਾ ਸਾਹਮਣੇ ਨਹੀਂ ਹੁੰਦਾ ਤਾਂ ਕੀ ਉਹ ਪਿਆਰ ਦਾ ਸਵਿਚ ਆਫ ਹੋ ਜਾਂਦਾ? ਐ ਤੇ ਨਹੀਂ ਹੁੰਦਾ। ਬਿਲਕੁਲ। ਯੂ ਨੋ, ਤਾਂ objectification ਨਾਲ ਮੈਂ I don't believe in that thing. I think ਉਹ ਬਹੁਤ ਹੀ ਸਤਹੀ, ਸੁਪਰਫਿਸ਼ੀਅਲ, ਸਥੂਲ ਰਾਈਟਿੰਗ ਹੈ ਗੀਤਕਾਰੀ ਦੀ। ਔਰ ਅਫਸੋਸ ਦੀ ਗੱਲ ਮੈਨੂੰ ਇਹ ਹੈ ਕਿ ਉਹੀ ਗੱਲਾਂ ਬਾਰ-ਬਾਰ ਹੁੰਦੀਆਂ ਰਹਿੰਦੀਆਂ ਨੇ, ਉਹੀ ਗੱਲਾਂ ਬਾਰ-ਬਾਰ ਕਰਦੇ ਰਹਿੰਦੇ ਨੇ ਔਰ ਲੋਕ ਸੁਣਦੇ ਵੀ ਰਹਿੰਦੇ ਨੇ। ਬਿਲਕੁਲ। ਸੋ ਮੇਰਾ ਆਖਰੀ ਸਵਾਲ ਹੈ, ਜਬ ਵੀ ਮੈਟ ਦੇ ਗੀਤ ਦਾ ਤੁਸੀਂ ਜ਼ਿਕਰ ਕੀਤਾ, ਜਦੋਂ ਇਹ ਫਿਲਮ ਆਈ, ਫਿਲਮ ਦੇ ਗੀਤ ਬਾਹਰ ਆਏ, ਤਾਂ ਬਾਲੀਵੁੱਡ ਦੇ ਵਿੱਚ ਤੁਹਾਡੇ ਲਈ ਮਾਹੌਲ ਕਿਵੇਂ ਬਦਲਿਆ? ਹਾਂ, ਐਕਚੁਅਲੀ ਮੈਂ ਮੇਰੀ ਇੱਕ ਫਿਲਮ ਆਈ ਸੀ ਚਮੇਲੀ। ਹਾਂਜੀ। ਚਮੇਲੀ ਦੇ ਵਿੱਚ ਮੈਂ ਹਲੇ ਤੱਕ ਚਮੇਲੀ ਦੇ ਗਾਣੇ ਚੱਲਦੇ ਨੇ, ਭਾਗੇ ਰੇ ਮਨ ਕਹੀਂ ਆਗੇ ਰੇ ਮਨ, ਜਾਂ ਮਨ ਸਾਤ ਸਮੰਦਰ ਡੋਲ ਗਿਆ, ਜੋ ਤੂੰ ਆਂਖੋਂ ਸੇ बोल गया ले तेरी हो गई यार सजना वे सजना। ਉਹਨੇ ਨਾ ਮੈਨੂੰ ਇੱਕ ਵਿਜ਼ਿਟਿੰਗ ਕਾਰਡ ਦਿੱਤਾ ਸੀ ਫਿਲਮ ਨੇ, ਕਾਈਂਡ ਆਫ ਵਿਜ਼ਿਟਿੰਗ ਕਾਰਡ ਸੀ ਉਹ ਮੇਰੀ ਫਿਲਮ। ਜੀ ਮੈਂ ਇਰਸ਼ਾਦ ਕਾਮਿਲ ਹਾਂ। ਹੁਣ ਤੁਸੀਂ ਕਿਵੇਂ ਦੱਸੋਗੇ ਇਰਸ਼ਾਦ ਕਾਮਿਲ ਹੋ ਤੇ ਕੌਣ ਇਰਸ਼ਾਦ ਕਾਮਿਲ? ਜੀ ਮੈਂ ਇਰਸ਼ਾਦ ਕਾਮਿਲ ਹਾਂ, ਉਹੀ ਜਿਹਨੇ ਚਮੇਲੀ ਫਿਲਮ ਦੇ ਗਾਣੇ ਲਿਖੇ ਸੀ। ਉਹ ਅੱਛਾ। ਤਾਂ ਮੇਰਾ ਇੱਕ ਕਾਈਂਡ ਆਫ ਵਿਜ਼ਿਟਿੰਗ ਕਾਰਡ ਬਣ ਗਿਆ ਸੀ ਉਹ ਪਿਕਚਰ। ਉਹ ਤੋਂ ਬਾਅਦ ਵੀ ਮੇਰੀ ਸਟਰਗਲ ਖਤਮ ਨਹੀਂ ਹੋਈ। ਪਹਿਲੀ ਪਿਕਚਰ ਸੀ ਮੇਰੀ ਚਮੇਲੀ, ਸਟਰਗਲ ਉਸੇ ਤਰ੍ਹਾਂ ਚੱਲ ਰਹੀ ਸੀ। ਜਬ ਵੀ ਮੈਟ ਆਈ, ਜਬ ਵੀ ਮੈਟ ਦੇ ਗਾਣੇ ਵੀ ਹਿੱਟ ਹੋਏ, ਗਾਣੇ ਹਿੱਟ ਹੋਣ ਦੇ ਨਾਲ ਪਿਕਚਰ ਬਹੁਤ ਹਿੱਟ ਹੋਈ। ਹਾਂ, ਪਿਕਚਰ ਬਹੁਤ ਹਿੱਟ ਹੋਈ ਤੇ ਉਹਦੇ ਨਾਲ ਅਚਾਨਕ ਦੇ ਵਿੱਚ ਲੱਗਦਾ ਹੈ ਇਸ ਤਰ੍ਹਾਂ ਹੁੰਦਾ ਨਾ, ਤੁਹਾਨੂੰ ਇਨੀਸ਼ੀਅਲੀ ਇੰਡਸਟਰੀ ਪਹਿਲੀ ਤੁਹਾਡੀ ਕਿਸੇ ਚੀਜ਼ ਨੂੰ ਫਲੂਕ ਮੰਗਦੀ ਹੈ, ਦੂਸਰੀ ਨੂੰ ਵੀ ਫਲੂਕ ਮੰਗਦੀ ਹੈ, ਪਰ ਜਦ ਲਗਾਤਾਰ ਤੁਸੀਂ ਉਸੇ ਤਰੀਕੇ ਦਾ ਕੰਮ ਕਰਦੇ ਰਹਿੰਦੇ ਹੋ ਤੇ ਇੰਡਸਟਰੀ ਨੂੰ ਲੱਗਦਾ ਕਿ ਨਹੀਂ ਇਸ ਬੰਦੇ ਦੇ ਵਿੱਚ ਦਮ ਹੈ ਯਾਰ, ਇਹ ਵਾਕਈ ਇੱਥੇ ਯੂ ਨੋ ਹਿਲ ਬੀ ਹੇਅਰ ਫॉर ਸਮ ਟਾਈਮ, ਇਹ ਹੈ ਉਰੇ ਖੜਨ ਜੋਗਾ ਬੰਦਾ। ਤਾਂ ਜਬ ਵੀ ਮੈਟ ਨੇ ਇੱਕ ਨਜ਼ਰੀਆ ਬਦਲਿਆ। ਬਿਲਕੁਲ। ਨਜ਼ਰੀਆ ਇਹ ਬਦਲਿਆ ਕਿ ਇਹ ਜਿਹੜਾ ਗੀਤਕਾਰ ਹੈ ਇਹ ਚੰਦ ਦਿਨਾਂ ਦੀ ਖੇਲ ਨਹੀਂ ਹੈਗਾ, ਇਹ ਲਗਾਤਾਰ ਅੱਛੇ ਗੀਤ ਲਿਖਣ ਵਾਲਾ ਗੀਤਕਾਰ ਹੈ, ਇਹ ਲਗਾਤਾਰ ਇੱਕ ਤਰੀਕਾ ਹੈ ਆਪਣੇ ਤਰੀਕੇ ਨਾਲ ਕੰਮ ਕਰਨ ਵਾਲਾ ਗੀਤਕਾਰ ਹੈ। ਉਹ ਨਜ਼ਰੀਆ ਬਦਲਿਆ, ਫਿਰ ਉਸ ਤਰ੍ਹਾਂ ਦੀਆਂ ਤੁਹਾਨੂੰ ਪਿਕਚਰਾਂ ਮਿਲਣ ਲੱਗ ਜਾਂਦੀਆਂ ਨੇ। ਹੁੰਦਾ ਕੀ ਹੈ ਕਿ ਇਸ ਤਰ੍ਹਾਂ ਪਹਿਲਾਂ ਜਦ ਕੋਈ ਜੋੜੀ ਹਿੱਟ ਹੋ ਜਾਂਦੀ ਹੈ, ਜਿਵੇਂ ਪਹਿਲਾਂ ਸੀ ਧਰਮਿੰਦਰ ਹੇਮਾ ਮਾਲਿਨੀ ਜਾਂ ਦਲੀਪ ਕੁਮਾਰ ਸਹਿਰਾ ਬਾਨੋ
ਜਾਂ ਇਸ ਤਰ੍ਹਾਂ ਦੀਆਂ ਸ਼ਾਹਰੁਖ ਖਾਨ ਕਾਜੋਲ, ਇਸ ਤਰ੍ਹਾਂ ਦੀਆਂ ਜੋੜੀਆਂ ਜਾਂ ਹਿੱਟ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਸੰਗੀਤਕਾਰ ਤੇ ਗੀਤਕਾਰ ਦੀ ਵੀ ਜੋੜੀ ਹੁੰਦੀ ਹੈ। ਤੇ ਸਾਡੀ ਪਿਕਚਰ ਜਿਵੇਂ ਮੇਰੀ ਤੇ ਪ੍ਰੀਤਮ ਦੀ ਹੈ, ਜਬ ਵੀ ਮੈਂ ਹਿੱਟ ਹੋਈ ਤੇ ਸਾਨੂੰ ਲਗਾਤਾਰ ਇਕੱਠਿਆਂ ਨੂੰ ਬਹੁਤ ਸਾਰੀਆਂ ਫਿਲਮਾਂ ਆ ਗਈਆਂ, ਫਿਰ ਅਸੀਂ ਇਕੱਠਿਆਂ ਨੇ ਬਹੁਤ ਸਾਰੀਆਂ ਪਿਕਚਰਾਂ ਕੀਤੀਆਂ ਵੀ। ਉਹ ਚੱਲਦਾ ਰਿਹਾ ਸਿਲਸਿਲਾ, ਹੁਣ ਤੱਕ ਚੱਲ ਰਿਹਾ। ਫਰੈਡੀ ਜਿਹੜੀ ਮੈਂ ਕਰ ਰਿਹਾ, ਕਾਰਤਿਕ ਆਰੀਅਨ ਦੀ ਪਿਕਚਰ, ਉਹਨਾਂ ਦਾ ਹੀ ਮਿਊਜ਼ਿਕ ਹੈ ਉਹਦੇ 'ਚ। ਫਿਰ ਰਹਿਮਾਨ ਸਾਹਿਬ ਨਾਲ ਰੌਕਸਟਾਰ ਹਿੱਟ ਹੋ ਗਈ, ਫਿਰ ਉਹ ਸਿਲਸਿਲਾ ਚੱਲ ਪਿਆ। ਰੌਕਸਟਾਰ ਹੋ ਗਈ, ਹਾਈਵੇ ਹੋ ਗਈ, ਤਮਾਸ਼ਾ ਹੋ ਗਈ, ਰਾਂਝਨਾ ਹੋ ਗਈ, ਫਿਰ ਉਹ ਫਿਲਮਾਂ ਸ਼ੁਰੂ ਹੋ ਗਈਆਂ, ਹੈ ਨਾ। ਅਤੇ ਇਹ ਸਿਲਸਿਲੇ ਮੈਨੂੰ ਲੱਗਦਾ ਇਹ ਜੋੜੀਆਂ ਫਿਰ ਜਦ ਤੁਸੀਂ ਪ੍ਰੂਵ ਕਰਦੇ ਹੋ, ਬਾਰ-ਬਾਰ ਪ੍ਰੂਵ ਕਰ ਦਿੰਦੇ ਹੋ ਆਪਣੇ ਆਪ ਨੂੰ, ਦੈਨ ਪੀਪਲ ਸਟਾਰਟ ਐਕਸੈਪਟਿੰਗ ਯੂ। ਵੈਨ ਦੇ ਸਟਾਰਟ ਐਕਸੈਪਟਿੰਗ ਯੂ, ਤੁਹਾਨੂੰ ਸਵੀਕਾਰ ਕਰ ਲੈਂਦੇ ਨੇ ਲੋਕ, ਫਿਰ ਤੁਹਾਡੇ ਬਾਰੇ ਉਹਨਾਂ ਦਾ ਨਜ਼ਰੀਆ ਬਦਲ ਜਾਂਦਾ। ਉਹ ਜਿਹੜੇ ਉਹਨਾਂ ਨੇ ਦੀਵਾਰਾਂ ਖੜੀਆਂ ਕੀਤੀਆਂ ਹੁੰਦੀਆਂ ਨੇ, ਉਹ ਕੰਧਾਂ ਬਣਾਈਆਂ ਹੁੰਦੀਆਂ ਨੇ, ਉਹ ਗਿਰ ਜਾਂਦੀਆਂ ਨੇ ਕੰਧਾਂ, ਤੁਹਾਡੇ ਨਾਲ ਐਜ਼ ਮੈਨ ਟੂ ਮੈਨ, ਪਰਸਨ ਟੂ ਪਰਸਨ, ਇੱਕ ਆਰਟਿਸਟ ਦੀ ਤਰ੍ਹਾਂ ਤੁਹਾਡੇ ਨਾਲ ਗੱਲ ਕਰਨ ਲੱਗਦੇ ਨੇ। ਅਤੇ ਜਬ ਵੀ ਮੈਟ ਦੇ ਹਿੱਟ ਹੋਣ ਨਾਲ ਇਹ ਹੋਇਆ ਕਿ ਉਹ ਸਾਰੀਆਂ ਜਿਹੜੀਆਂ ਉਹਨਾਂ ਨੇ ਮੈਨੂੰ ਟੈਸਟਿੰਗ ਵਾਟਰਸ ਦੇ ਵਿੱਚ ਪਾਇਆ ਹੋਇਆ ਸੀ ਇੰਡਸਟਰੀ ਨੇ, ਉਹ ਟੈਸਟਿੰਗ ਵਾਟਰਸ ਉਹ ਥੋੜ੍ਹਾ ਜਿਹਾ ਠੰਡਾ ਹੋ ਗਿਆ, ਗਰਮ ਪਾਣੀ, ਅਤੇ ਮੈਂ ਨੋਰਮਲ ਹੋ ਗਿਆ ਜ਼ਿੰਦਗੀ ਨੂੰ ਲੈ ਕੇ। ਤੁਸੀਂ ਤੇ ਇਮਤਿਆਜ਼ ਨੇ ਇਹ ਵੀ ਪ੍ਰੂਵ ਕੀਤਾ ਕਿ ਸਿਰਫ ਸੰਗੀਤਕਾਰ ਤੇ ਗੀਤਕਾਰ ਦੀ ਹੀ ਜੋੜੀ ਨਹੀਂ ਹੋ ਸਕਦੀ, ਗੀਤਕਾਰ ਅਤੇ ਨਿਰਦੇਸ਼ਕ ਦੀ ਜੋੜੀ ਵੀ ਹੋ ਸਕਦੀ ਹੈ। ਜੀ ਬਿਲਕੁਲ ਹੋ ਸਕਦੀ ਹੈ, ਬਿਲਕੁਲ ਹੋ ਸਕਦੀ ਹੈ। ਮੈਨੂੰ ਲੱਗਦਾ ਕਿਉਂਕਿ ਸ਼ਾਇਦ ਇਸ ਤਰ੍ਹਾਂ ਹੁੰਦਾ ਨਾ ਕਿ ਮੈਂ ਤੇ ਉਹਨੇ ਸ਼ਾਇਦ ਇਕੱਠੇ ਕੈਰੀਅਰ ਸ਼ੁਰੂ ਕੀਤਾ, ਅਤੇ ਉਹਨਾਂ ਨੇ ਅਸੀਂ ਇਕੱਠੇ ਕੈਰੀਅਰ, ਸਾਡੀ ਪਹਿਲੀ ਫਿਲਮ ਸੀ ਸੋਚਾ ਨਾ ਥਾ। ਮਤਲਬ ਬਹੁਤ ਵਧੀਆ ਡਾਇਰੈਕਟਰ ਹੈ, ਬਹੁਤ ਵਧੀਆ ਆਦਮੀ ਆ ਉਹ, ਔਰ ਸਾਡੀਆਂ ਕਈ ਵਾਰ ਲੜਾਈਆਂ ਵੀ ਹੁੰਦੀਆਂ ਨੇ। ਲੜਾਈਆਂ ਇਨ ਦਾ ਸੈਂਸ ਕ੍ਰੀਏਟਿਵ ਡਿਫਰੈਂਸਿਸ ਵੀ ਸਾਡੇ ਹੁੰਦੇ ਨੇ ਚੀਜ਼ਾਂ ਨੂੰ ਲੈ ਕੇ, ਪਰ ਉਹਨੂੰ ਵੀ ਇਹ ਪਤਾ ਹੈ ਸ਼ਾਇਦ ਕਿ ਮੈਂ ਉਹਦੀ ਫਿਲਮ ਦਾ ਇੱਕ ਜ਼ਰੂਰੀ ਹਿੱਸਾ, ਜਾਂ ਮੈਂ ਉਹਦੀ ਪਿਕਚਰ ਨੂੰ ਸਮਝ ਲੈਣਾ, ਜਾਂ ਜੋ ਉਹ ਚਾਹੁੰਦਾ ਹੈ ਉਹ ਮੈਂ ਡਿਲੀਵਰ ਕਰ ਦਿੰਦਾ। ਉਹ ਮੈਨੂੰ ਵੀ ਇਹ ਲੱਗਦਾ ਕਿ ਇਹ ਮੇਰੇ ਗਾਣਿਆਂ ਨਾਲ ਜਸਟਿਸ ਕਰਦਾ। ਬਿਲਕੁਲ ਰਾਈਟ। ਹੁਣ ਕੱਲ੍ਹ ਨੂੰ ਮੈਂ ਉਹਨੂੰ ਉਹ ਡਿਲੀਵਰ ਨਾ ਕਰਾਂ ਜਿਹੜਾ ਉਹ ਚਾਹੁੰਦਾ ਹੈ, ਤਾਂ ਉਹ ਜ਼ਰੂਰੀ ਨਹੀਂ ਹੈ ਕਿ ਮੈਨੂੰ ਹੀ ਲਏ। ਅਲਟੀਮੇਟਲੀ ਦ ਪਿਕਚਰ ਸ਼ੁੱਡ ਬੀ ਕੰਪਲੀਟ ਹੋਣੀ ਚਾਹੀਦੀ ਹੈ, ਉਹ ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਤਾਂ ਜੋੜੀ ਹੁੰਦੀਆਂ। ਪਰ ਇਹ ਵੀ ਜੋੜੀ ਕੁਦਰਤੀ ਜਿਹਨੂੰ ਕਹਿ ਲਓ ਬਣਨੀ ਸੀ ਤਾਂ ਬਣ ਗਈ। ਤੁਸੀਂ ਇਜਾਜ਼ਤ ਦਿਓ ਤਾਂ ਮੈਂ 2 ਹੋਰ ਛੋਟੇ ਸਵਾਲ ਤੁਹਾਨੂੰ ਕਰ ਸਕਦੀ ਹਾਂ? ਪਲੀਜ਼। ਜਬ ਵੀ ਮੈਟ ਤੋਂ ਬਾਅਦ ਤੁਸੀਂ ਇਹ ਮਹਿਸੂਸ ਕੀਤਾ ਕਿ ਬਾਲੀਵੁੱਡ ਦੀ ਹਰ ਫਿਲਮ ਨੂੰ ਇਹ ਵੀ ਲੱਗਣਾ ਜ਼ਰੂਰੀ ਹੋ ਗਿਆ ਕਿ ਫਿਲਮ ਦੇ ਵਿੱਚ ਇੱਕ ਪੰਜਾਬੀ ਫਲੇਵਰ ਦਾ ਗੀਤ ਹੋਣਾ ਵੀ ਜ਼ਰੂਰੀ ਹੈ? ਇਹ ਤੁਸੀਂ ਦੱਸੋ ਮੈਨੂੰ, ਤੁਹਾਨੂੰ ਲੱਗਦਾ ਇਸ ਤਰ੍ਹਾਂ ਹੋਇਆ? ਕਿਉਂਕਿ ਜਬ ਵੀ ਮੈਟ ਦੇ ਜਿਹੜੇ ਸਾਰੇ ਗੀਤ ਸੀਗੇ, ਭਾਵੇਂ ਫਿਲਮ ਹਿੰਦੀ ਸੀ ਪਰ ਗੀਤ ਉਹਨਾਂ ਦੇ ਪੰਜਾਬੀ ਸੀ, ਅਤੇ ਇਹ ਹੋਇਆ ਵੀ ਬਹੁਤ ਸਾਲਾਂ ਪਿੱਛੋਂ ਸੀਗਾ ਕਿ ਕਿਸੇ ਫਿਲਮ ਦੇ ਵਿੱਚ ਪੰਜਾਬੀ, ਹਿੰਦੀ ਫਿਲਮ ਦੇ ਵਿੱਚ ਪੂਰਾ ਦਾ ਪੂਰਾ ਪੰਜਾਬੀ ਗੀਤ ਹੋਵੇ। ਸੋ ਮੈਨੂੰ ਲੱਗਦਾ ਕਿ ਪਿਛਲੇ ਕੁਝ ਕੁ ਸਮੇਂ ਤੋਂ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਹਰ ਪਿਕਚਰ ਦੇ ਵਿੱਚ ਪੰਜਾਬੀ ਗੀਤ ਹੁੰਦਾ ਹੀ ਹੁੰਦਾ, ਪਰ ਕੀ ਤੁਸੀਂ ਬਤੌਰ ਗੀਤਕਾਰ ਇਹ ਚੀਜ਼ਾਂ ਮਹਿਸੂਸ ਕਰਦੇ ਹੋ? ਮੈਂ ਤੁਹਾਨੂੰ ਕਹਾਂ ਥੈਂਕ ਯੂ ਵੈਰੀ ਮਚ ਟੂ ਰਿਕੋਗਨਾਈਜ਼ ਦਿਸ ਇਜ਼ ਰੀਅਲੀ ਅ ਰੇਅਰ ਥਿੰਗ ਮੈਮ। ਜਬ ਵੀ ਮੈਟ ਦਾ ਮੌਜਾਂ ਹੀ ਮੌਜਾਂ, ਪਿਓਰ ਪੰਜਾਬੀ ਗਾਣਾ, ਪਿਓਰ ਕਮਰਸ਼ੀਅਲ ਫਿਲਮ, ਹਿੰਦੀ ਕਮਰਸ਼ੀਅਲ ਫਿਲਮ ਦੇ ਵਿੱਚ ਬਿਲਕੁਲ ਆਇਆ। ਔਰ ਇਹ ਤੋਂ ਪਹਿਲਾਂ ਸਿਰਫ ਇੱਕ ਗਾਣਾ ਆਇਆ ਸੀ ਜਾਗਤੇ ਰਹੋ ਦੇ ਵਿੱਚ, ਮੈਂ ਕੋਈ ਝੂਠ ਬੋਲਿਆ। ਹਾਂਜੀ, ਮੈਂ ਰਾਜ ਕਪੂਰ ਸਾਹਿਬ ਦਾ, ਬਲੈਕ ਐਂਡ ਵਾਈਟ ਦਾ ਦੌਰ ਸੀ, ਉਹ ਬਲੈਕ ਐਂਡ ਵਾਈਟ ਦਾ ਦੌਰ ਸੀ। ਔਰ ਉਹ ਤੋਂ ਲੈ ਕੇ ਜਬ ਵੀ ਮੈਟ ਤੱਕ ਕੋਈ ਪਿਓਰ ਪੰਜਾਬੀ ਗਾਣਾ ਫਿਲਮ ਦੇ ਵਿੱਚ ਨਹੀਂ ਆਇਆ ਸੀ। 2007 ਦੇ ਵਿੱਚ ਮੌਜਾਂ ਹੀ ਮੌਜਾਂ ਆਇਆ। ਅੱਜ 15 ਸਾਲ ਹੋ ਗਏ ਨੇ, ਔਰ ਪੰਜਾਬੀ ਕਿਵੇਂ ਹਰ ਇੱਕ ਜਗ੍ਹਾ ਹੌਲੀ ਹੌਲੀ ਜਿਹਨੂੰ ਕਹਿ ਲਓ ਆਪਣੇ ਮਿਊਜ਼ਿਕ ਦੇ ਵਿੱਚ ਆਪਣਾ ਰੰਗ ਦਿਖਾ ਰਹੀ ਹੈ, ਉਹ ਤੁਹਾਡੇ ਸਾਹਮਣੇ ਆ। ਬਿਲਕੁਲ। ਔਰ ਈਵਨ ਮਤਲਬ ਉਹ ਬਿਲਕੁਲ ਮੈਨੂੰ ਇਹ ਫੀਲ ਹੁੰਦਾ ਹੈ ਕਿ ਇਹ ਉਹ ਸਟਾਰਟਿੰਗ ਪੁਆਇੰਟ ਸੀ ਅੱਜ ਤੱਕ ਪਹੁੰਚਣ ਦਾ। ਪੰਜਾਬੀ ਦਾ ਇੱਕ ਜਿਹਨੂੰ ਕਹਿ ਲੈ ਥੋੜ੍ਹਾ ਇੱਕ ਮਾਹੌਲ ਬਣਨਾ ਸ਼ੁਰੂ ਹੋਣਾ, ਫਿਰ ਉਹ ਪੰਜਾਬੀ ਗਾਣਿਆਂ ਦੇ ਵਿੱਚ ਥੋੜ੍ਹਾ ਹਿੰਦੀ ਗਾਣਿਆਂ ਦੇ ਵਿੱਚ ਪੰਜਾਬੀ ਦਾ ਤੜਕਾ ਲੱਗਣਾ ਜਿਹਨੂੰ ਕਹਿੰਦੇ ਨੇ, ਉਹ ਹੁਣ ਹਾਲੇ ਤੱਕ, ਔਰ ਉਹ ਕੰਮ ਮੈਂ ਹਾਲੇ ਤੱਕ ਲਗਾਤਾਰ ਕਰ ਰਿਹਾ। ਦਿਲ ਦੀਆਂ ਗੱਲਾਂ ਵੀ ਤੁਹਾਡੇ ਸਾਹਮਣੇ ਪ੍ਰੂਫ ਹੈ।
ਯੂ نو ਤੇ ਉਹ ਚੱਲਦਾ ਹੈ, ਉਹ ਬਿਲਕੁਲ ਮੈਂ ਵੀ ਮੰਨਦਾ ਇਹ ਗੱਲ ਨੂੰ। ਇਰਸ਼ਾਦ ਤੁਹਾਨੂੰ ਹਮੇਸ਼ਾ ਕਦੇ ਵੀ ਮੁਕੰਮਲ ਨਹੀਂ ਲੱਗਦਾ ਸੀ, ਅਧੂਰਾ ਲੱਗਦਾ ਹੁੰਦਾ ਸੀ। ਸੋ ਕਾਮਿਲ ਤਖੱਲਸ ਤੁਸੀਂ ਇਰਸ਼ਾਦ ਦੇ ਨਾਲ ਜੁੜ ਕੇ ਇਰਸ਼ਾਦ ਨੂੰ ਮੁਕੰਮਲ ਕੀਤਾ। ਇਰਸ਼ਾਦ ਨੂੰ ਯੈਸ ਮੁਕੰਮਲ ਕੀਤਾ। ਮੈਂ ਆਪਣੇ ਗੀਤਾਂ ਦੇ ਥਰੂ ਕੋਸ਼ਿਸ਼ ਇਹੀ ਕਰਦਾ ਕਿ ਮੈਂ ਕੋਈ ਅਧੂਰੀ ਗੱਲ ਨਾ ਕਰਾਂ, ਪੂਰੀ ਗੱਲ ਕਰਾਂ। ਸੋ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਬਹੁਤ ਚੰਗੇ ਗੀਤ, ਬਹੁਤ ਹੀ ਚਰਚਾ ਦਾ ਵਿਸ਼ਾ ਰਹਿਣ ਵਾਲੇ ਗੀਤ ਬਾਲੀਵੁੱਡ ਦੇ ਵਿੱਚ ਆਉਂਦੇ ਰਹਿਣਗੇ। ਸੋ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਸਾਨੂੰ ਇੰਨਾ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਸਿਗਨੇਚਰਸ ਦੇ ਵਿੱਚ ਸਾਡੇ ਨਾਲ ਗੀਤਕਾਰ ਇਰਸ਼ਾਦ ਕਾਮਿਲ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਸਕੇ। ਕੁਝ ਸਵਾਲ ਰਹਿ ਗਏ ਨੇ ਤੇ ਉਮੀਦ ਕਰਦੇ ਹਾਂ ਕਿ ਜਦੋਂ ਕਿਤੇ ਦੁਬਾਰਾ ਸਬੱਬ ਮਿਲਿਆ ਇਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਫਿਲਹਾਲ ਦੇ ਲਈ ਮੈਨੂੰ ਗੁਰਦੀਪ ਗਰੇਵਾਲ ਨੂੰ ਇਜਾਜ਼ਤ ਦੇ ਦਿਓ। ਅਸੀਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।